ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕੂੰ। ਤੂੰ ਠਾਕੁਰ ਊਚ ਭਗਵਾਨਾ। ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ। ਨਿਰਮਲ ਭੈ ਚੀਤਾ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਮਾਘ ਮਜਨ ਸੰਗ ਸਾਧੂਆਂ। ਤੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਨ। ਸਭਨਾਨੋ ਕਰ ਦਾਨ। ਮਾਘ ਮਜਨ ਸੰਗ ਸਾਧੂਆਂ। ਤੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਨ। ਸਭਨਾਨੋ ਕਰ ਦਾਨ। ਜਨਮ ਕਰਮ ਮਲ ਉਤਰੈ। ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨਾ ਮੋਹੀਐ। ਵਿਨਸੈ ਲੋਭ ਸੁਆਨ। ਸਚੈ ਮਾਰਗ ਚਲਦਿਆਂ। ਉਸਤਤ ਕਰੇ ਜਹਾਨ। ਸਚੈ ਮਾਰਗ ਚਲਦਿਆਂ। ਉਸਤਤ ਕਰੇ ਜਹਾਨ। ਅਠ ਸਠ ਤੀਰਥ ਸਗਲ ਪੁਨ। ਜੀ ਦਇਆ ਪਰਵਾਨ। ਜਿਸਨੂੰ ਦੇਵੈ ਦਇਆ ਕਰ। ਸੋਈ ਪੁਰਖ ਸੁਜਾਨ। ਜਿਨਾ ਮਿਲਿਆ ਪ੍ਰਭ ਆਪਣਾ। ਨਾਨਕ ਤਿਨ ਕੁਰਬਾਨ। ਮਾਘ ਸੁਚੇ ਸੇ ਕਾਂਢੀਐ। ਜਿਨ ਪੂਰਾ ਗੁਰ ਮਿਹਰਬਾਨ। ਜਿਨਾ ਮਿਲਿਆ ਪ੍ਰਭ ਆਪਣਾ। ਨਾਨਕ ਤਿਨ ਕੁਰਬਾਨ। ਮਾਘ ਸੁਚੇ ਸੇ ਕਾਂਢੀਐ। ਜਿਨ ਪੂਰਾ ਗੁਰ ਮਿਹਰਬਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗਹੁ ਜੁਗ ਅਟਲ। शब्द गुरु बाणी के बोहित
ਖੰਡਾਂ ਬ੍ਰਹਿਮੰਡਾਂ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਪਾਕ ਹਜ਼ੂਰੀ ਦੇ ਵਿੱਚ ਜੁੜ ਬੈਠੇ ਸਤਸੰਗੀ ਜਨੋ, ਸਤਿਗੁਰ ਨੇ ਅਪਾਰ ਕਿਰਪਾ ਕੀਤੀ। ਅੰਮ੍ਰਿਤ ਵੇਲੇ ਗੁਰੂ ਦਰ ਤੇ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਵਿੱਚ ਪੋਹ ਦਾ ਮਹੀਨਾ ਬਤੀਤ ਹੋਇਆ। ਅੱਜ ਮਾਘ ਮਹੀਨੇ ਦੀ ਆਰੰਭਤਾ ਹੋਈ ਹੈ। ਆਪ ਸੰਗਤਾਂ ਨੇ ਮਹੀਨੇ ਦਾ ਮੂਲ ਪਾਠ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਆਓ ਗੁਰਦੇਵ ਪਿਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਪਾਵਨ ਉਪਦੇਸ਼ ਸਾਡੀ ਝੋਲੀ ਵਿੱਚ ਪਾਇਆ ਹੈ, ਇਸ ਪਾਵਨ ਉਪਦੇਸ਼ ਦੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਮਨੋਬਿਰਤੀਆਂ ਇਕਾਗਰ ਕਰੋ। ਪ੍ਰੇਮ ਸਹਿਤ ਗੁਰੂ ਮਹਾਰਾਜ ਜੀ ਦੀ ਬਖਸ਼ੀ ਹੋਈ ਪਾਵਨ ਫਤਿਹ ਦੀ ਸਾਂਝ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਦੇਸ਼ ਵਿੱਚ ਬੇਅੰਤ ਹੀ ਧਾਰਮਿਕ ਪਰੰਪਰਾਵਾਂ ਚੱਲਦੀਆਂ ਹਨ ਅਤੇ ਹਰ ਇੱਕ ਧਰਮ ਨੇ ਆਪਣੇ ਅਨੁਯਾਈਆਂ ਨੂੰ ਸਮਝਾਉਣ ਵਾਸਤੇ ਕੋਈ ਨਾ ਕੋਈ ਉਪਦੇਸ਼ ਉਹਨਾਂ ਦੀ ਝੋਲੀ ਵਿੱਚ ਪਾਇਆ ਹੈ। ਜਦੋਂ ਅਸੀਂ ਸਨਾਤਨ ਮਤ ਨੂੰ ਪੜ੍ਹਦੇ ਹਾਂ, ਦੇਖਦੇ ਹਾਂ, ਤਾਂ ਜਿਹੜੇ ਹਿੰਦੂ ਵੀਰ ਨੇ ਉਹ ਮਾਘੀ ਵਾਲੇ ਦਿਨ ਪ੍ਰਯਾਗ ਦੇ ਤੀਰਥ ਤੇ ਇਸ਼ਨਾਨ ਕਰਨ ਨੂੰ ਬਹੁਤ ਮਾਨਤਾ ਦਿੰਦੇ ਹਨ ਔਰ ਸਭ ਤੋਂ ਵੱਡਾ ਪੁੰਨ ਸਮਝਦੇ ਹਨ ਕਿ ਮਾਘੀ ਦੇ ਦਿਨ ਪ੍ਰਯਾਗ ਤੀਰਥ ਤੇ ਇਸ਼ਨਾਨ ਕਰਨ। ਗੁਰਮਤਿ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਜੋ ਤੀਰਥ ਦਿੱਤਾ ਹੈ ਉਹ ਹੈ ਸਤ ਸੰਗਤ। ਗੁਰਮਤਿ ਦੇ ਵਿੱਚ ਸਭ ਤੋਂ ਵੱਡੀ ਮਹਾਨਤਾ ਜੇ ਕਿਸੇ ਤੀਰਥ ਦੀ ਹੈ ਉਹ ਹੈ ਸਤ ਸੰਗਤ ਦੀ। ਸਤ ਸੰਗਤ ਤੋਂ ਵੱਡਾ ਹੋਰ ਕੋਈ ਤੀਰਥ ਨਹੀਂ। ਜਿੱਥੇ ਕਿ ਸੱਚ ਦਾ ਸੰਗ ਹੋਵੇ, ਇਹਨਾਂ ਦੀ ਸੁਰਤੀ ਸੱਚੇ ਨਿਰੰਕਾਰ ਨਾਲ ਜੁੜੀ ਹੋਵੇ, ਸਾਹਿਬ ਕਹਿੰਦੇ ਨੇ ਉਹਨਾਂ ਦੀ ਸੰਗਤ ਵਿੱਚ ਬੈਠਣਾ ਔਰ ਆਪਣੇ ਅੰਤਰ ਆਤਮੇ ਨੂੰ ਧੋਣਾ, ਇਸ ਤੋਂ ਵੱਡਾ ਹੋਰ ਕੋਈ ਪੁੰਨ ਦਾ ਕੰਮ ਨਹੀਂ ਦੁਨੀਆ ਵਿੱਚ। ਸੋ ਗੁਰਦੇਵ ਪਿਤਾ ਅੱਜ ਸਾਡੀ ਝੋਲੀ ਵਿੱਚ ਸਾਨੂੰ ਸਾਰਿਆਂ ਨੂੰ ਉਸ ਸੁਰਤ ਦੇ ਮਾਰਗ ਤੇ ਅੱਗੇ ਵਧਾਉਣਾ ਚਾਹੁੰਦੇ ਹਨ, ਜਿਹੜੀ ਸੁਰਤ ਕਦੇ ਪਰਮਾਤਮਾ ਨਾਲੋਂ ਵਿਛੜ ਕੇ ਦੁਖੀ ਰਹਿਣ ਲੱਗ ਪਈ ਸੀ ਅਤੇ ਇੱਕ ਅੰਦਰ ਤਾਂਘ ਸੀ ਪ੍ਰਭੂ ਦੇ ਮਿਲਾਪ ਦੀ, ਕਿ ਵਾਹਿਗੁਰੂ ਦੇ ਨਾਲ ਮਿਲਾਪ ਹੋਵੇ, ਵਾਹਿਗੁਰੂ ਦੇ ਨਾਲ ਸੁਰਤ ਜੁੜੇ। ਗੁਰਬਾਣੀ ਨੇ ਕਿਰਪਾ ਕੀਤੀ ਸਾਡੇ ਉੱਤੇ, ਗੁਰੂ ਸਾਹਿਬਾਨਾਂ ਨੇ ਸਾਡੇ ਉੱਤੇ ਕਿਰਪਾ ਕੀਤੀ ਕਿ ਅਸੀਂ ਸੰਸਾਰ ਦੇ ਵਿੱਚ ਭਟਕਦੇ ਹੋਏ ਮਨੁੱਖਾਂ ਨੂੰ ਆਪਣੀ ਬਾਣੀ ਦੇ ਰਾਹੀਂ ਸਾਨੂੰ ਰਸਤਾ ਦੱਸਿਆ। ਕਿਉਂਕਿ ਸਾਹਿਬਾਂ ਦਾ ਬਹੁਤ ਵੱਡਾ ਪਰਉਪਕਾਰ ਹੈ। ਕਿਉਂਕਿ ਸਤਿਗੁਰ ਆਖਦੇ ਨੇ, ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਵਸਰੈ ਹਿਰਦੈ ਗੁਰ ਚਰਨ ਪਿਆਰੇ। ਅਸੀਂ ਸੰਸਾਰ ਦੇ ਵਿੱਚ ਆ ਕੇ ਭੁੱਲ ਜਾਂਦੇ ਹਾਂ, ਭੁੱਲਣਹਾਰ ਜੀਵ ਹਾਂ। ਗੁਰੂ ਮਹਾਰਾਜ ਨੇ ਸਾਡੇ ਉੱਤੇ ਤਰਸ ਕੀਤਾ ਜਦੋਂ ਅਸੀਂ ਅਰਦਾਸ ਕੀਤੀ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲੋ ਰਾਮ। ਵਾਹਿਗੁਰੂ ਜੀ,
ਅਸੀਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਤੇਰੇ ਨਾਲੋਂ ਵਿਛੜ ਗਏ ਹਾਂ। ਹੁਣ ਤੂੰ ਆਪ ਹੀ ਕਿਰਪਾ ਕਰ, ਸਾਨੂੰ ਆਪਣੇ ਨਾਲ ਮੇਲ, ਆਪਣੇ ਨਾਲ ਜੋੜ। ਤੇ ਸੱਚ ਜਾਣਨਾ, ਜਦੋਂ ਸੱਚੇ ਦਿਲੋਂ ਕੋਈ ਅਰਦਾਸ ਕਰਦਾ ਹੈ ਤੇ ਅਕਾਲ ਪੁਰਖ ਵਾਹਿਗੁਰੂ ਆਪ ਨਾ ਆ ਕੇ ਕਿਸੇ ਸਰੀਰ ਦੇ ਰਾਹੀਂ ਆਪਣਾ ਸ਼ਬਦ ਪ੍ਰਗਟ ਕਰਕੇ ਸਾਨੂੰ ਗਿਆਨ ਦਿੰਦਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਅਕਾਲ ਪੁਰਖ ਵਾਹਿਗੁਰੂ ਨੇ ਪ੍ਰਗਟ ਹੋ ਕੇ ਸਤਿਗੁਰਾਂ ਨੂੰ ਜੋ ਗਿਆਨ ਦਿੱਤਾ, ਉਸ ਗਿਆਨ ਦੇ ਰਾਹੀਂ ਸਤਿਗੁਰ ਜੀ ਨੇ ਸਾਡੇ ਜੀਵਨ ਨੂੰ ਸੁਖਾਲਾ ਕਰ ਦਿੱਤਾ। ਸਾਡਾ ਵਿਛੋੜਾ ਦੂਰ ਹੋ ਸਕਦਾ ਹੈ, ਅਸੀਂ ਰੱਬ ਨਾਲ ਮਿਲ ਸਕਦੇ ਹਾਂ। ਜੋ ਆਪਣੇ ਕੀਤੇ ਹੋਏ ਕਰਮਾਂ ਕਰਕੇ ਵਿਛੜ ਗਏ ਹਾਂ, ਪਹਿਲਾਂ ਆਪਣੀ ਮਨਮਰਜ਼ੀ ਕਰਦੇ ਸਨ, ਬਸ ਇਤਨਾ ਹੀ ਕਰਨਾ, ਹੁਣ ਗੁਰੂ ਮਰਜ਼ੀ ਵਿੱਚ ਆਉਣਾ। ਮਨਮਰਜ਼ੀ ਕਰਕੇ ਵਿਛੜ ਗਏ ਸਨ, ਗੁਰੂ ਇੱਛਾ ਕਰਕੇ ਔਰ ਗੁਰੂ ਦੇ ਹੁਕਮ ਵਿੱਚ ਚਲਾਂਗੇ, ਮਿਲ ਜਾਵਾਂਗੇ। ਸੋ ਸਤਿਗੁਰੂ ਜੀ ਅੱਜ ਉਸ ਗੱਲ ਨੂੰ ਅੱਗੇ ਵਧਾਉਂਦੇ ਹੋਏ ਸਾਨੂੰ ਸਮਝਾ ਰਹੇ ਨੇ, ਤੂੰ ਇੱਕ ਕੰਮ ਕਰ। ਜੇ ਤੈਨੂੰ ਇਹ ਗੱਲ ਦਾ ਅਹਿਸਾਸ ਹੈ, ਇਸ ਗੱਲ ਨੂੰ ਤੂੰ ਸਮਝਣਾ ਹੈ ਕਿ ਮੈਂ ਮਾਲਕ ਪ੍ਰਭੂ ਨਾਲੋਂ ਵਿਛੜਿਆ ਹੋਇਆ ਹਾਂ, ਤਾਂ ਫਿਰ ਮਾਘ ਦੇ ਮਹੀਨੇ ਵਿੱਚ ਤੈਨੂੰ ਤੀਰਥਾਂ ਤੇ ਦਰਿਆਵਾਂ ਦੇ ਕਿਨਾਰੇ ਜਾਣ ਦੀ ਲੋੜ ਨਹੀਂ ਹੈ। ਤੈਨੂੰ ਕੋਈ ਕੰਮ ਕਰਨ ਦੀ ਲੋੜ ਹੈ। ਮਾਘ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ। ਸਤਿਗੁਰ ਆਖਣ ਲੱਗੇ, ਮਾਘ ਦੇ ਮਹੀਨੇ ਵਿੱਚ ਤੂੰ ਇੱਕ ਕੰਮ ਕਰ ਕਿ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ, ਕਿਉਂਕਿ ਇਹੀ ਤੀਰਥ ਦਾ ਇਸ਼ਨਾਨ ਹੈ, ਤੇ ਉਹਨਾਂ ਦੇ ਚਰਨ ਧੂੜ ਦੇ ਵਿੱਚ ਇਸ਼ਨਾਨ ਕਰ। ਆਓ ਕਿ ਨਿਮਰਤਾ ਭਾਵ ਨਾਲ ਗੁਰਮੁਖਾਂ ਦੀ ਸੰਗਤ ਕਰ। ਇਸ ਤਰ੍ਹਾਂ ਸਤਿਗੁਰ ਸਾਨੂੰ ਸਮਝਾ ਰਹੇ ਨੇ, ਕਿਉਂਕਿ ਗੁਰੂ ਸਾਹਿਬ ਜੀ ਦਾ ਸਪਸ਼ਟ ਕਹਿਣਾ ਹੈ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਇਹ ਗੱਲ ਥੋੜੀ ਕਲੀਅਰ ਕਰਕੇ ਚਲੀਏ। ਰਾਮਦਾਸ ਦਾ ਅਰਥ ਹੈ ਰਾਮ ਦੇ ਦਾਸਾਂ ਦਾ ਸਰੋਵਰ। ਆਓ ਸਤ ਸੰਗਤ। ਕਈ ਵਾਰੀ ਅਸੀਂ ਇਹ ਸਮਝ ਲੈਂਦੇ ਹਾਂ ਵੀ ਜਿਹੜੇ ਸਰੋਵਰ ਸਤਿਗੁਰੂ ਜੀ ਨੇ ਬਣਾਏ, ਸ਼ਾਇਦ ਉਸ ਸਰੋਵਰ ਦੀ ਗੱਲ ਚੱਲ ਰਹੀ ਹੈ। ਔਰ ਸਾਡੇ ਵਿੱਚ ਪ੍ਰਚਾਰ ਵੀ ਬਹੁਤਾ ਇਹ ਕੀਤਾ ਗਿਆ, ਔਰ ਉਹਨਾਂ ਸਰੋਵਰਾਂ ਦੇ ਬਣਾਉਣ ਦਾ ਕਾਰਨ ਹੋਰ ਸੀ। ਉਹ ਸੀ ਵਰਨ ਵੰਡ ਨੂੰ ਤੋੜਨਾ, ਜਾਤ ਪਾਤ ਦੀ ਅਤੇ ਛੂਤ ਛਾਤ ਦੀ ਇਹ ਜਿਹੜੀ ਭਿੱਟ ਸੀ, ਇਸ ਨੂੰ ਦੂਰ ਕਰਨਾ। ਵੀ ਇਕੱਠੇ ਤੀਰਥ ਤੇ ਪਾਓ, ਇਕੱਠੇ ਸਰੋਵਰ ਤੇ ਇਸ਼ਨਾਨ ਕਰਨ, ਉਸੇ ਸਰੋਵਰ ਤੇ ਪਾਣੀ ਪੀਣ, ਤੇ ਉਸ ਸਰੋਵਰ ਤੇ ਆ ਕੇ ਇਕੱਠੇ ਰਹਿਣ, ਕੋਈ ਵਿਤਕਰਾ ਨਾ ਹੋਵੇ, ਤਾਂ ਕਿ ਮਨ ਦੇ ਵਿੱਚ ਇਹ ਭਰਮ ਵਿੱਚੋਂ ਨਿਕਲ ਜਾਣ ਕਿ ਕੋਈ ਛੋਟਾ ਜਾਂ ਵੱਡਾ ਸਰੀਰ ਕਰਕੇ, ਜਾਤ ਕੁਲ ਕਰਕੇ, ਵਰਨ ਵੰਡ ਕਰਕੇ ਹੈ। ਇਸ ਕਰਕੇ ਸਤਿਗੁਰ ਨੇ ਉਹ ਤੀਰਥ ਅਸਥਾਨਾਂ ਤੇ ਗੁਰੂ ਸਾਹਿਬ ਜੀ ਨੇ ਸਰੋਵਰ ਬਣਵਾਏ। ਪਰ ਜਦੋਂ ਗੁਰਬਾਣੀ ਆਖੇਗੀ ਕਿ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਫਿਰ ਰਾਮ ਦੇ ਦਾਸਾਂ ਦਾ ਸਰੋਵਰ ਪਾਓ ਕਿ ਜਿੱਥੇ ਰਾਮ ਦੇ ਰਮੇ ਹੋਏ ਰਾਮ ਪਰਮਾਤਮਾ ਦੇ ਦਾਸਾਂ ਦਾ ਇਕੱਠ ਹੈ, ਸਤ ਸੰਗਤ। ਉਹਦੇ ਵਿੱਚ ਜਦੋਂ ਕੋਈ ਆ ਕੇ ਇਸ਼ਨਾਨ ਕਰੇਗਾ, ਜਿਹੜੀ ਗੱਲ ਅੱਜ ਸਤਿਗੁਰੂ ਜੀ ਇੱਥੇ ਸਮਝਾ ਰਹੇ ਨੇ, ਪਾਓ ਕਿ ਗੁਰਮੁਖਾਂ ਦੀ ਜਦੋਂ ਕੋਈ ਸੰਗਤ ਕਰੇਗਾ ਤੇ ਕਹਿੰਦੇ ਸਭ ਉਤਰੇ ਪਾਪ ਕਮਾਤੇ, ਕਮਾਏ ਹੋਏ ਜਿਹੜੇ ਪਾਪ ਨੇ ਉਹ ਸਾਰੇ ਲੈ ਜਾਣਗੇ। ਜੀਵਨ 'ਚ ਯਾਦ ਰੱਖਣਾ, ਮਨੁੱਖ ਜਿੱਥੇ ਪੁੰਨ ਕਮਾਉਂਦਾ ਉੱਥੇ ਪਾਪ ਵੀ ਕਮਾਉਂਦਾ ਹੈ, ਜਿੱਥੇ ਧਨ ਕਮਾਉਂਦਾ ਉੱਥੇ ਧਰਮ ਵੀ ਕਮਾਉਂਦਾ ਹੈ, ਜਿੱਥੇ ਗੁਣ ਕਮਾਉਂਦਾ ਉੱਥੇ ਔਗੁਣ ਵੀ ਕਮਾਉਂਦਾ ਹੈ, ਜਿੱਥੇ ਮਨੁੱਖ ਚੰਗਿਆਈਆਂ ਕਮਾਉਂਦਾ ਉੱਥੇ ਬੁਰੀਆਈਆਂ ਵੀ ਕਮਾ ਲੈਂਦਾ ਹੈ। ਤੇ ਕਈ ਵਾਰੀ ਤੇ ਐਸਾ ਹੁੰਦਾ ਕਿ ਚੰਗਿਆਈ ਦਾ ਧਨ ਥੋੜਾ ਤੇ ਬੁਰੀਆਈ ਦਾ ਧਨ ਬਹੁਤਾ ਇਕੱਠਾ ਕਰ ਲੈਂਦਾ। ਔਰ ਜਿਵੇਂ ਜਿਵੇਂ ਇਹ ਧਨ ਪਿਆਰਿਓ ਵੱਧਦਾ ਜਾਂਦਾ ਹੈ, ਇਹ ਧਨ ਫਿਰ ਮਨੁੱਖ ਨੂੰ ਬੁਰੀਆਈ ਵਾਲਾ ਦੁਖੀ ਕਰਦਾ ਹੈ। ਪਾਪਾਂ ਵਾਲਾ ਧਨ ਇਕੱਠਾ ਕੀਤਾ ਮਨੁੱਖ ਨੂੰ ਖੁਆਰ ਕਰਦਾ। ਤੇ ਇਸ ਕਰਕੇ ਗੁਰਦੇਵ ਪਿਤਾ ਮਹਾਰਾਜ ਕਹਿ ਰਹੇ ਨੇ, ਤੂੰ ਇੱਕ ਕੰਮ ਕਰ, ਜੇ ਇਹਨਾਂ ਪਾਪਾਂ ਨੂੰ ਦੂਰ ਕਰਨਾ ਚਾਹੁੰਦਾ, ਕੀਤੇ ਕਰਮਾਂ ਕਰਕੇ ਵਾਹਿਗੁਰੂ ਨਾਲੋਂ ਵਿਛੜਿਆ ਹੋਇਆ, ਤੇ ਫਿਰ ਤੂੰ ਸਤ ਸੰਗਤ ਦੇ ਵਿੱਚ ਜਿਹੜੇ ਗੁਰਮੁਖ ਜਨ ਹਨ ਉਹਨਾਂ ਦੀ ਸਤ ਸੰਗਤ ਵਿੱਚ ਬੈਠ, ਨਿਮਰਤਾ ਭਾਵ ਦੇ ਵਿੱਚ ਸਤ ਸੰਗਤ ਦੀ ਸੇਵਾ ਕਰ, ਤੇ ਨਾਲੇ ਉੱਥੇ ਰੱਬੀ ਗੁਣ ਸਿੱਖ। ਕਿਉਂਕਿ ਸਤ ਸੰਗਤ ਵਿੱਚ ਬੈਠਣਾ ਇਸ ਕਰਕੇ ਕਿ ਇੱਥੋਂ ਆਪਾਂ ਕੁਝ ਸਿੱਖ ਕੇ ਜਾਈਏ, ਇੱਥੇ ਕੁਝ ਛੱਡ ਕੇ ਜਾਈਏ ਤੇ ਕੁਝ ਲੈ ਕੇ ਜਾਈਏ।
ਸੱਚ ਜਾਣਨਾ ਇੱਥੇ ਪਾਪ ਛੱਡਣੇ ਨੇ ਔਰ ਪੁੰਨ ਲੈ ਕੇ ਜਾਣਾ ਹੈ। ਇੱਥੇ ਅਧਰਮ ਛੱਡਣਾ ਹੈ, ਧਰਮ ਲੈ ਕੇ ਜਾਣਾ ਹੈ। ਇੱਥੇ ਬੁਰਾਈ ਛੱਡ ਕੇ ਜਾਣੀ ਹੈ, ਚੰਗਿਆਈ ਘਰ ਲੈ ਕੇ ਜਾਣੀ ਹੈ। ਭਾਵੇਂ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਅਸੀਂ ਸਤਸੰਗਤ ਵਿੱਚ ਬੈਠ ਕੇ ਵੀ ਕਈ ਵਾਰੀ ਜੋ ਛੱਡਣਾ ਸੀ ਉਹ ਨਹੀਂ ਛੱਡ ਪਾਉਂਦੇ। ਬੜੀ ਹੈਰਾਨੀ ਹੁੰਦੀ ਹੈ ਕਿ ਛੱਡਣਾ ਤੇ ਸੀ ਅਸੀਂ ਸੰਸਾਰ ਦੇ ਵਿੱਚ ਆ ਕੇ ਆਪਣੇ ਮਾੜੇ ਕੰਮ ਗੁਰੂ ਕੀ ਸੰਗਤ ਵਿੱਚ ਬੈਠ ਕੇ, ਪਰ ਅਸੀਂ ਇੱਥੇ ਆ ਕੇ ਵੀ ਕਈ ਵਾਰੀ ਨਿੰਦਾ ਚੁਗਲੀ ਪੱਲੇ ਬਣ ਕੇ ਲੈ ਜਾਂਦੇ, ਦੂਜੇ ਦੀ ਬੁਰਾਈ ਪੱਲੇ ਬਣ ਕੇ ਲੈ ਜਾਂਦੇ। ਸਾਡੀ ਸੁਰਤ ਦੇ ਵਿੱਚ ਕਈ ਵਾਰੀ ਮਾੜੇ ਕੰਮ ਹੀ ਇੱਥੋਂ ਚਲੇ ਜਾਂਦੇ ਹਨ ਕਿ ਫਲਾਣਾ ਵੀ ਤਾਂ ਦੇਖੋ ਗੁਰਦੁਆਰੇ ਦੇਖਿਆ ਇੱਦਾਂ ਕਰਦਾ ਸੀ, ਉਹ ਵੀ ਤਾਂ ਇੱਦਾਂ ਕਰਦਾ ਸੀ। ਮੇਰੇ ਗੁਰਦੇਵ ਪਿਤਾ ਕਹਿੰਦੇ ਨਹੀਂ ਭਾਈ, ਮਾਘ ਦੇ ਮਹੀਨੇ ਵਿੱਚ ਪਾਓ ਕਿ ਗੁਰਮੁਖਾਂ ਦੀ ਸੰਗਤ ਵਿੱਚ ਬੈਠ, ਇਹੀ ਤੇਰੇ ਵਾਸਤੇ ਤੀਰਥ ਹੈ। ਔਰ ਉਹਨਾਂ ਦੇ ਚਰਨ ਧੂੜ ਵਿੱਚ ਇਸ਼ਨਾਨ ਕਰ ਪਾਓ, ਨਿਮਰਤਾ ਭਾਵ ਦੇ ਵਿੱਚ ਗੁਰਮੁਖਾਂ ਦੀ ਸੰਗਤ ਕਰ। ਉਹਨਾਂ ਦੇ ਚਰਨ ਧੂੜ ਵਿੱਚ ਇਸ਼ਨਾਨ ਕੀ ਹੈ? ਬੜੀ ਨਿਮਰਤਾ ਵਿੱਚ ਟਿਕ ਕੇ ਸਤਸੰਗਤ ਕਰਨੀ ਗੁਰਮੁਖ ਜਨਾਂ ਦੀ। ਇਹ ਯਾਦ ਰੱਖਣਾ, ਸਤਸੰਗਤ ਕਾ ਗੁਣ ਬਹੁਤ ਅਧਿਕਾਈ। ਸਤਸੰਗਤ ਦਾ ਗੁਣ ਬਹੁਤ ਵੱਡਾ ਹੈ। ਇਹ ਵੱਡੇ ਵੱਡੇ ਪਾਪੀਆਂ ਨੂੰ ਵੀ ਸੰਤ ਬਣਾ ਦਿੰਦੀ ਸਤਸੰਗਤ। ਇਹ ਤੇ ਕਲਯੁਗੀ ਵਰਗੇ ਪਾਂਡਿਆਂ ਨੂੰ ਵੀ ਗੁਰਮੁਖ ਬਣਾ ਦਿੰਦੀ ਹੈ। ਇਹ ਵਿਧੀ ਚੰਦ ਵਰਗੇ ਚੋਰਾਂ ਨੂੰ ਵੀ ਗੁਰਮੁਖ ਬਣਾ ਦਿੰਦੀ ਹੈ। ਹੋਰ ਕਿਤਨੇ ਐਸੇ ਚੋਰ, ਭੂਮੀਆਂ ਚੋਰ ਵਰਗੇ ਜਿਹੜੇ ਇੱਥੇ ਗੁਰਮੁਖ ਬਣ ਕੇ ਜਾਂਦੇ। ਇਸ ਸਤਸੰਗਤ ਦੀ ਇਹ ਬਰਕਤ ਹੈ। ਇਸ ਕਰਕੇ ਗੁਰਦੇਵ ਪਿਤਾ ਕਹਿੰਦੇ ਨੇ ਇਹ ਗੱਲ ਯਾਦ ਰੱਖੀ ਜੀਵਨ ਦੇ ਵਿੱਚ ਕਿ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਇੱਥੇ ਜੋ ਉਹਨਾਂ ਦੇ ਚਰਨ ਧੂੜੀ ਵਿੱਚ ਇਸ਼ਨਾਨ ਕਰ ਪਾਓ, ਨਿਮਰਤਾ ਭਾਵ ਦੇ ਵਿੱਚ ਗੁਰਮੁਖਾਂ ਦੀ ਸੰਗਤ ਕਰ, ਨੀਵਾਂ ਬਣ ਕੇ। ਜੇ ਹੰਕਾਰ ਵਿੱਚ ਸੰਗਤ ਕਰੇਗਾ ਮਿਲਣਾ ਕੁਛ ਨਹੀਂ ਇੱਥੋਂ। ਕਦੀ ਵੀ ਗੁਰਮੁਖਾਂ ਤੋਂ ਕੁਛ ਲੈਣਾ ਨਾ, ਯਾਦ ਰੱਖਣਾ ਗੁਰਮੁਖਾਂ ਤੋਂ ਕਦੀ ਅਰਦਾਸ ਕਰਾਣੀ ਹੈ ਤੇ ਨਿਮਰਤਾ ਦੇ ਵਿੱਚ। ਹੰਕਾਰ ਦੇ ਵਿੱਚ ਤੁਸੀਂ ਨਾ ਉਹਨਾਂ ਦੇ ਕੋਲੋਂ ਅਰਦਾਸ ਕਰਾ ਸਕਦੇ ਹੋ, ਨਾ ਹੀ ਉਹਨਾਂ ਕੋਲੋਂ ਕੁਛ ਲੈ ਸਕਦੇ ਹੋ। ਜੇ ਰੱਬ ਦੇ ਪਿਆਰਿਆਂ ਕੋਲੋਂ ਕੁਛ ਲੈਣਾ, ਕੁਛ ਮੰਗਣਾ, ਉਹਨਾਂ ਦੀ ਸੰਗਤ ਵੀ ਕਰਨੀ ਹੈ, ਉੱਥੋਂ ਕੋਈ ਜੀਵਨ ਦੀ ਇਜਾਜ਼ਤ ਲੈਣੀ ਹੈ, ਤੇ ਜਿੰਨਾ ਕੋਈ ਨਿਮਰਤਾ ਭਾਵ ਦੇ ਵਿੱਚ ਉਹਨਾਂ ਦੇ ਕੋਲ ਆਵੇਗਾ, ਉੱਠੇਗਾ, ਬੈਠੇਗਾ, ਉਹ ਬਹੁਤ ਕੁਛ ਲੈ ਕੇ ਚਲਾ ਜਾਏਗਾ। ਉੱਥੇ ਕਰਨਾ ਕੀ ਹੈ? ਗੁਰਮੁਖਾਂ ਕੋਲ ਬੈਠ ਕੇ। ਸਤਿਗੁਰ ਕਹਿਣ ਲੱਗੇ, ਹਰ ਕਾ ਨਾਮ ਧਿਆਏ ਸੁਨ, ਸਭਨਾ ਨੂੰ ਕਰ ਦਾਨ। ਕਹਿੰਦੇ ਹਰੀ ਪਰਮਾਤਮਾ ਦੇ ਨਾਮ ਨੂੰ ਧਿਆ, ਉਹ ਕਿ ਪਰਮਾਤਮਾ ਦੇ ਨਾਮ ਨੂੰ ਜਪ, ਪਰਮਾਤਮਾ ਦੀ ਸਿਫਤ ਸਲਾਹ ਸੁਣ ਤੇ ਸਭਨਾ ਨੂੰ ਕਰ ਦਾਨ। ਤੇ ਸਾਰਿਆਂ ਨੂੰ ਸਤਿਗੁਰ ਕਹਿਣ ਲੱਗੇ ਇਹ ਨਾਮ ਦੀ ਦਾਤ ਨੂੰ ਵੰਡ, ਜਿਹੜੀ ਤੂੰ ਪ੍ਰਾਪਤ ਕੀਤੀ ਹੈ। ਗੁਰਮੁਖਾਂ ਦੇ ਕੋਲ ਬੈਠ ਕੇ ਜੋ ਤੂੰ ਨਾਮ ਜਪਿਆ ਨਾ, ਪਰਮਾਤਮਾ ਦੀ ਸਿਫਤ ਸਲਾਹ ਸੁਣੀ ਹੈ। ਕਿਉਂਕਿ ਨਾਮ ਜਪਣ ਦੇ ਨਾਲ, ਸਿਫਤ ਸਲਾਹ ਸੁਣਨ ਦੇ ਨਾਲ ਸਾਨੂੰ ਨਾਮ ਦੀ ਪ੍ਰਾਪਤੀ ਹੋਣੀ ਹੈ। ਸਾਡੇ ਘਰ ਵਿੱਚ ਨਾਮ ਆਉਣਾ ਹੈ ਤੇ ਸਾਡੇ ਘਰ ਵਿੱਚ ਜੇ ਨਾਮ ਆ ਗਿਆ, ਸਤਿਗੁਰ ਕਹਿੰਦੇ ਇਸ ਨਾਮ ਨੂੰ ਵੰਡ ਅੱਗੇ। ਨਾਮ ਨੂੰ ਵੰਡਣ ਦੇ ਵਿੱਚ ਇੱਕ ਬੜੀ ਪਿਆਰੀ ਗੱਲ ਹੈ ਗੁਰਬਾਣੀ ਵਿੱਚ। ਸਤਿਗੁਰ ਕਹਿੰਦੇ ਨੇ ਦੇਖ ਇਸ ਨਾਮ ਨੂੰ ਵੰਡੇਗਾ ਨਾ, ਖਾਵੇਂ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਇਹਨੂੰ ਖਾਵੇਂਗਾ, ਰਲ ਮਿਲ ਕੇ ਬੈਠ ਕੇ ਸਤਸੰਗਤ ਵਿੱਚ ਖਰਚੇਂਗਾ, ਇਸ ਨਾਮ ਦੇ ਵਿੱਚ ਕਦੀ ਘਾਟਾ ਨਹੀਂ ਪੈਣਾ। ਜਿਵੇਂ ਜਿਵੇਂ ਨਾਮ ਜਪਦਾ ਜਾਏਗਾ, ਤੇਰਾ ਜੀਵਨ ਦੇ ਵਿੱਚੋਂ ਇਹ ਨਾਮ ਵੱਧਦਾ ਜਾਏਗਾ। ਇਸ ਕਰਕੇ ਸਤਿਗੁਰ ਕਹਿੰਦੇ ਇਸ ਨਾਮ ਨਾਲ ਜੁੜ, ਨਾਮ ਦੀ ਪ੍ਰਾਪਤੀ ਕਰ। ਫਿਰ ਸਤਿਗੁਰ ਜੀ ਆਖਦੇ ਨੇ ਜੇ ਤੂੰ ਨਾਮ ਨੂੰ ਜਪ ਲਿਆ, ਨਾਮ ਨੂੰ ਧਿਆ ਲਿਆ, ਪਰਮਾਤਮਾ ਦੀ ਸਿਫਤ ਸਲਾਹ ਤੋਂ ਸੁਣ ਲਈ, ਤੇ ਉਸ ਦੇ ਨਾਲ ਕੀ ਹੋਵੇਗਾ? ਕਹਿਣ ਲੱਗੇ ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਸਤਿਗੁਰ ਆਖਣ ਲੱਗੇ, ਕਹਿੰਦੇ ਕੀਤੇ ਹੋਏ ਤੇਰੇ ਜੀਵਨ ਦੇ ਵਿੱਚ ਮਾੜੇ ਕਰਮਾਂ ਦੀ ਉਹ ਸਾਰੀ ਮੈਲ ਨਸ ਜਾਏਗੀ। ਜਨਮ ਕਰਮ ਪਾਓ ਕਿ ਕਈ ਜਨਮਾਂ ਦੇ ਕੀਤੇ ਹੋਏ ਜਿਹੜੇ ਪਾਪ ਨੇ, ਤੇ ਜਾਂ ਕਈ ਜਨਮਾਂ ਦੇ ਕੀਤੇ ਹੋਏ ਕਰਮਾਂ ਤੋਂ ਜੋ ਤੇਰੇ ਅੰਦਰ ਵਿਕਾਰਾਂ ਦੀ ਮੈਲ ਪੈਦਾ ਹੋ ਗਈ ਹੈ। ਸਾਡੇ ਅੰਦਰ ਜੋ ਵਿਕਾਰ ਨੇ ਨਾ,
ਉਹ ਇਸ ਤਰ੍ਹਾਂ ਹੀ ਸਮਝ ਲਿਆ ਕਰੋ, ਜਿਵੇਂ ਕਈ ਵਾਰੀ ਅਸੀਂ ਘਰੋਂ ਬਾਹਰ ਜਾਂਦੇ ਹਾਂ, ਘਰ ਵਿੱਚ ਆਉਂਦੇ ਹਾਂ, ਪੈਰ ਵੀ ਝਾੜ ਕੇ ਆਉਂਦੇ ਹਾਂ, ਜੋੜੇ ਵੀ ਝਾੜਦੇ ਹਾਂ, ਫਿਰ ਵੀ ਥੋੜ੍ਹੀ ਬਹੁਤ ਮਿੱਟੀ ਘੱਟਾ ਅੰਦਰ ਚਲਾ ਹੀ ਜਾਂਦਾ, ਬੜਾ ਅਸੀਂ ਯਤਨ ਕਰਦੇ ਹਾਂ। ਇਸ ਤਰ੍ਹਾਂ ਹੀ ਸਾਡੇ ਪਤਾ ਨਹੀਂ ਕਿਤਨੇ ਪਾਪ ਜਿਹੜੇ ਨੇ ਨਾਲ ਤੁਰੇ ਹੋਏ ਨੇ, ਕੀਤੇ ਹੋਏ ਕਰਮਾਂ ਦੇ, ਤੇ ਉਹ ਵਿਕਾਰਾਂ ਦੀ ਮੈਲ ਜਿਹੜੀ ਹੈ ਨਾ, ਉਹ ਸਾਨੂੰ ਫਿਰ ਇੱਥੇ ਤੰਗ ਕਰਦੀ ਹੈ। ਇੱਥੇ ਤੱਕ ਬਾਣੀ 'ਚ ਲਿਖਿਆ, ਮਹਾਰਾਜ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ। ਬਹੁਤ ਵੱਡੀ ਮੈਲ ਲੱਗੀ ਹੋਈ, ਸਤਿਗੁਰ ਕਹਿੰਦੇ ਮਨੁੱਖ ਤੇਰਾ ਮਨ ਇਹ ਕਾਲਾ ਹੋਇਆ ਪਿਆ, ਜਨਮ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ। ਪਰ ਸਤਿਗੁਰ ਇੱਥੇ ਤਰੀਕਾ ਦੱਸ ਰਹੇ ਨੇ, ਜਿਹੜੀ ਲੱਗੀ ਹੋਈ ਮੈਲ ਹੈ ਨਾ ਜਨਮ ਜਨਮਾਂਤਰਾਂ ਦੀ, ਸਾਹਿਬ ਕਹਿੰਦੇ ਨੇ ਜਦੋਂ ਹਰੀ ਪਰਮਾਤਮਾ ਦੇ ਨਾਮ ਨੂੰ ਧਿਆਏਂਗਾ, ਭਾਵ ਜਪੇਂਗਾ, ਪਰਮਾਤਮਾ ਦੀ ਸਿਫਤ ਸੁਣੇਂਗਾ ਤੇ ਸਾਰਿਆਂ ਨੂੰ ਪਰਮਾਤਮਾ ਦੇ ਇਸ ਨਾਮ ਦੀ ਦਾਤ ਨੂੰ ਵੰਡੇਂਗਾ, ਸਾਂਝਾ ਕਰੇਂਗਾ, ਤੇ ਉਸ ਦੇ ਨਾਲ ਤੈਨੂੰ ਪਤਾ ਕੀ ਮਿਲਣਾ ਹੈ? ਤੇਰੇ ਕੀਤੇ ਹੋਏ ਕਈ ਜਨਮਾਂ ਦੇ ਪਾਪਾਂ ਦੀ, ਕੀਤੇ ਹੋਏ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ ਉਹ ਉਤਰ ਜਾਏਗੀ, ਲੱਥ ਜਾਏਗੀ। ਤੇ ਇੱਥੇ ਹੀ ਬਸ ਨਹੀਂ, ਕਹਿੰਦੇ ਮਨ ਤੇ ਜਾਏ ਗੁਮਾਨ, ਤੇਰੇ ਮਨ ਵਿੱਚੋਂ ਜਿਹੜਾ ਹੰਕਾਰ ਹੈ ਨਾ ਉਹ ਵੀ ਚਲਾ ਜਾਏਗਾ। ਆਖਿਰਕਾਰ ਮਨੁੱਖ ਨੂੰ ਪਿਆਰਿਓ ਹੰਕਾਰ ਹੀ ਹੈ ਜਿਹੜਾ ਸਭ ਤੋਂ ਜ਼ਿਆਦਾ ਤੰਗ ਕਰਦਾ, ਇਹ ਛੇਤੀ ਕਰਕੇ ਜਾਂਦਾ ਨਹੀਂ ਹੈ। ਔਰ ਸਤਿਗੁਰ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ, ਜੇ ਨਾਮ ਜਪੇਂਗਾ ਤੇ ਤੇਰੇ ਮਨ ਤੋਂ ਗੁਮਾਨ ਜਿਹੜਾ ਹੈ ਉਹ ਦੂਰ ਹੋ ਜਾਏਗਾ। ਕਿਉਂਕਿ ਸਤਿਗੁਰ ਕਹਿੰਦੇ ਨੇ, ਨਾਨਕ ਹੁਕਮੈ ਜੇ ਬੁਝੈ ਤਾ ਹੋਮੈ ਕਹਿ ਨਾ ਕੋਈ। ਜਦੋਂ ਹੁਕਮ ਨੂੰ ਬੁਝ ਲਵਾਂਗੇ ਨਾ ਗੁਰੂ ਸਾਹਿਬ ਜੀ ਦੇ, ਫਿਰ ਮੈਂ ਨਹੀਂ ਕਰਾਂਗੇ। ਨਹੀਂ ਤਾਂ ਜ਼ਿੰਦਗੀ ਪੂਰੀ ਲੰਘ ਜਾਂਦੀ ਹੈ ਮੈਂ ਕਰਦੇ ਹਾਂ, ਪਰ ਮਨੁੱਖ ਦੀ ਇਹ ਹਉਮੈ ਨਹੀਂ ਲੱਥਦੀ। ਔਰ ਸੱਚ ਜਾਣਨਾ, ਸਾਧੂ ਕਹਿੰਦੇ ਨਾਨਕ ਹਉਮੈ ਰੋਗ ਬੁਰੇ। ਹਉਮੈ ਦੇ ਰੋਗ ਬੜੇ ਮਾੜੇ ਨੇ, ਬੜੇ ਰੋਗ ਨੇ ਹਉਮੈ ਦੇ। ਕਿਸੇ ਨੂੰ ਜਾਤ ਦੀ ਹਉਮੈ, ਕਿਸੇ ਨੂੰ ਉੱਚੇ ਘਰ ਵਿੱਚ ਜਨਮ ਹੋਇਆ ਉਸਦੀ ਹਉਮੈ, ਕਿਸੇ ਨੂੰ ਗੁਣਾਂ ਦੀ ਹਉਮੈ, ਕਿਸੇ ਨੂੰ ਬਲ ਧਨ ਵਿਦਿਆ ਦੀ ਹਉਮੈ। ਮਨੁੱਖ ਭਾਂਤ ਭਾਂਤ ਦੀ ਹਉਮੈ ਇਕੱਠੀ ਕਰੀ ਫਿਰਦਾ। ਇੱਥੇ ਇਹ ਕੋਲ 4 ਪੈਸੇ ਨਹੀਂ ਦੇਖੇ ਸੀ, ਆ ਗਏ ਤੇ ਉਸਦੀ ਹਉਮੈ ਕਰਨੀ ਸ਼ੁਰੂ ਕਰ ਦਿੰਦਾ। ਕਈਆਂ ਨੂੰ ਆਪਣੀ ਚਲਾਕੀਆਂ ਦੀ ਹਉਮੈ, ਮਨੁੱਖ ਨੂੰ ਵੀ ਮੈਂ ਬੜਾ ਚਲਾਕ ਆ, ਮੇਰੇ ਜਿੱਡਾ ਚਲਾਕ ਕੋਈ ਨਹੀਂ, ਉਸ ਦਾ ਵੀ ਹੰਕਾਰ ਕਰ ਰਿਹਾ। ਆਪਣੀ ਚਲਾਕੀ ਨੂੰ ਵੀ ਇਹ ਸਮਝਦਾ ਵੀ ਮੇਰੀ ਵੱਡੀ ਸਿਆਣਪ ਹੈ ਮੇਰੇ ਵਿੱਚ, ਕਿ ਮੈਂ ਗਲਤ ਕੰਮ ਕਰ ਲੈਣਾ, ਪਾਪ ਕਰ ਲੈਣਾ, ਲੋਕਾਂ ਨੂੰ ਲੁੱਟ ਲੈਣਾ, ਪਰ ਮੈਂ ਕਿਸੇ ਨੂੰ ਪਤਾ ਨਹੀਂ ਚੱਲਣ ਦਿੰਦਾ। ਇਹ ਵੀ ਹਉਮੈ ਮਨੁੱਖ ਦੇ ਅੰਦਰ। ਸਤਿਗੁਰ ਕਹਿੰਦੇ ਨੇ ਜਨਮ ਜਨਮਾਂਤਰਾਂ ਦੀ ਜਿਹੜੇ ਕੀਤੇ ਹੋਏ ਵਿਕਾਰਾਂ ਦੀ ਮੈਲ ਲੱਥ ਜਾਏਗੀ, ਉਤਰ ਜਾਏਗੀ, ਤੇ ਤੇਰੇ ਮਨ ਤੋਂ ਜਿਹੜਾ ਗੁਮਾਨ ਹੈ, ਅਹੰਕਾਰ ਹੈ, ਉਹ ਵੀ ਲੱਥ ਜਾਏਗਾ। ਇਹਦਾ ਤਰੀਕਾ ਸਤਿਗੁਰ ਜੀ ਨੇ ਬਾਣੀ 'ਚ ਦੱਸਿਆ। ਮਹਾਰਾਜ ਕਹਿੰਦੇ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨਕੇ ਸਭ ਰੋਗ ਗਵਾਏ, ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ, ਤਿਨ ਪਵਿੱਤ ਪਰਮ ਪਦ ਪਾਏ। ਮੇਰੇ ਰਾਮ ਹਰ ਜਨ ਆਰੋਗ ਪਏ, ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਤਿਨਕੇ ਹਉਮੈ ਰੋਗ ਗਏ। ਜਿਨ੍ਹਾਂ ਨੇ ਗੁਰੂ ਕੇ ਬਚਨਾਂ ਰਾਹੀਂ ਪਿਆਰਿਓ ਜਪ ਲਿਆ, ਉਹਨਾਂ ਦੇ ਹਉਮੈ ਦੇ ਰੋਗ ਹੀ ਚਲੇ ਗਏ। ਉਹਨਾਂ ਦੇ ਜੀਵਨ ਵਿੱਚ ਹੰਕਾਰ ਗੁਮਾਨ ਮਿਟ ਹੀ ਗਿਆ। ਉਹਨਾਂ ਨੂੰ ਸਮਝ ਆ ਗਈ ਕਿਹੜੀ ਗੱਲ ਦਾ ਗੁਮਾਨ। ਜੇ ਇਹ ਗੱਲ ਸਮਝ ਆ ਜਾਏ ਨਾ ਵੀ ਹੰਕਾਰ ਕਿਹੜੀ ਗੱਲ ਦਾ ਕਰਨਾ ਹੈ, ਇੱਥੇ ਤਾਂ ਜੋ ਤਨ ਉਪਜਿਓ ਸੰਗ ਹੀ ਸੋ ਵੀ ਸੰਗ ਨਾ ਹੋਇਆ। ਜਿਹੜਾ ਤਨ ਲੈ ਕੇ ਆਏ ਆ ਪਿਆਰਿਓ, ਜਦੋਂ ਗੁਰਮੁਖਾਂ ਦੀ ਸੰਗਤ ਕਰਾਂਗੇ ਸਮਝ ਆਵੇਗੀ ਇਹ ਵੀ ਨਾਲ ਨਹੀਂ ਜਾਣਾ। ਤੇ ਐਵੇਂ ਧਨ ਪਦਾਰਥਾਂ ਦਾ, ਪਰਿਵਾਰ ਬੱਚਿਆਂ ਦਾ, ਭਰਾਵਾਂ ਦਾ ਹੰਕਾਰ ਕਰੀ ਜਾਂਦੇ ਸੀ, ਪਰ ਇਹ ਤੇ ਕੋਈ ਚੀਜ਼ ਨਾਲ ਜਾਣ ਵਾਲੀ ਨਹੀਂ। ਇਸ ਕਰਕੇ ਸਾਧੂ ਕਹਿੰਦੇ ਫਿਰ ਮਨ ਤੋਂ ਗੁਮਾਨ ਵੀ ਉਤਰ ਜਾਏਗਾ। ਅਗਲੇ ਵਚਨ ਕੀਤੇ, ਕਾਮ ਕ੍ਰੋਧ ਨਾ ਮੋਹੀਐ, ਵਿਨਸੈ ਲੋਭ ਸੁਆਨ। ਜਦੋਂ ਨਿਮਰਤਾ ਭਾਵ ਨਾਲ ਗੁਰਮੁਖਾਂ ਦੀ ਸੰਗਤ ਕਰੇਗਾ ਨਾ, ਸਤਿਗੁਰ ਕਹਿਣ ਲੱਗੇ ਕਾਮ ਕ੍ਰੋਧ ਜਿਹੜੇ ਨੇ ਇਹ ਤੈਨੂੰ ਨਹੀਂ ਸਤਾਣਗੇ। ਭਾਵ ਕਿ ਮਨੁੱਖ ਕਾਮ ਵਿੱਚ, ਕ੍ਰੋਧ ਦੇ ਵਿੱਚ ਹਰ ਵੇਲੇ ਮੋਹਿਤ ਰਹਿੰਦਾ ਹੈ, ਮੋਹਿਆ ਰਹਿੰਦਾ ਹੈ, ਖਚਿਤ ਰਹਿੰਦਾ ਹੈ। ਹਰ ਵੇਲੇ ਵਾਸਨਾ ਹਰ ਵੇਲੇ ਹੈ, ਮੋਹ ਹਰ ਵੇਲੇ, ਕ੍ਰੋਧ ਹਰ ਵੇਲੇ ਹੈ। ਔਰ ਇੱਕ ਗੱਲ ਯਾਦ ਰੱਖਣਾ, ਇਹ ਰਹਿੰਦੇ ਸਾਡੇ ਹਰ ਵੇਲੇ ਨਾਲ ਨੇ। ਔਰ ਸਤਿਗੁਰ ਕਹਿੰਦੇ ਇਹੀ ਸਭ ਤੋਂ ਜ਼ਿਆਦਾ ਤੇਰੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਨੇ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜੋ ਕੰਚਨ ਸੁਹਾਗਾ ਢਾਲ ਹੈ।
ਕਾਮ ਤੇ ਕ੍ਰੋਧ ਸਰੀਰ ਨੂੰ ਗਾਲਦੇ ਨੇ, ਕਾਇਆ ਨੂੰ ਗਾਲਦੇ ਨੇ। ਇਹ ਸਭ ਤੋਂ ਖਤਰਨਾਕ ਨੇ ਜੀਵਨ ਵਿੱਚ। ਲੋਭ ਮੋਹ ਅਹੰਕਾਰ ਤੋਂ ਵੀ ਜ਼ਿਆਦਾ ਪ੍ਰਬਲ ਕਹਿ ਰਹੇ ਨੇ ਸਤਿਗੁਰ ਇੱਥੇ ਇਹਨਾਂ ਨੂੰ, ਕਿਉਂਕਿ ਇਹ ਕਾਇਆ ਨੂੰ ਗਾਲਦੇ ਨੇ। ਕਾਮ ਵਾਸਨਾ ਵੀ ਸਰੀਰ ਨੂੰ ਕਮਜ਼ੋਰ ਕਰਦੀ ਹੈ ਤੇ ਕ੍ਰੋਧ ਗੁੱਸਾ ਵੀ ਸਰੀਰ ਨੂੰ ਕਮਜ਼ੋਰ ਕਰਦਾ ਹੈ। ਸਭ ਤੋਂ ਜ਼ਿਆਦਾ ਨੁਕਸਾਨਦਾਇਕ ਨੇ ਆਪਣੇ ਬੋਡੀ ਵਾਸਤੇ, ਸਰੀਰ ਵਾਸਤੇ। ਲੋਭ ਮੋਹ ਤੇ ਹੰਕਾਰ ਜਿਹੜੇ ਸਾਡੇ ਮਨ ਵਾਸਤੇ ਬੜੇ ਖਤਰਨਾਕ ਨੇ। ਸਮਝਿਓ ਕਿਤੇ ਗੱਲ ਨੂੰ, ਬੇਨਤੀ ਨੂੰ ਸਮਝਿਓ। ਸਰੀਰ ਵਾਸਤੇ, ਸਰੀਰ ਦੀ ਐਨਰਜੀ ਨੂੰ ਵੇਸਟ ਕਰਨ ਦਾ ਸਭ ਤੋਂ ਵੱਧ ਕੰਮ ਕਰਦੇ ਨੇ ਕਾਮ ਤੇ ਕ੍ਰੋਧ, ਦੋ ਚੀਜ਼ਾਂ। ਤੇ ਮਨ ਦੇ ਅੰਦਰ ਜੋ ਇਹ ਪੈਦਾ ਕਰਦੇ ਨੇ ਨਿਡਾਲਤਾ, ਜਾਂ ਮਨ ਨੂੰ ਜੋ ਨਿਮਾਣ ਤੇ ਲੈ ਜਾਂਦੇ ਨੇ, ਖੁੰਝੇ ਸਿੱਟ ਦਿੰਦੇ ਨੇ, ਤੇ ਉਹ ਨੇ ਇਹ ਲੋਭ ਮੋਹ ਤੇ ਹੰਕਾਰ। ਬਾਣੀ ਪੜਾਂਗੇ ਨਾ ਫਿਰ ਸਾਨੂੰ ਗੱਲ ਸਮਝ ਆਏਗੀ ਵੀ ਸੱਚੇ ਪਾਤਸ਼ਾਹ ਤੁਸੀਂ ਬੜੀ ਕਿਰਪਾ ਕੀਤੀ, ਗਰੀਬ ਨਿਵਾਜ ਪਾਤਸ਼ਾਹ ਸਾਡੇ ਉੱਤੇ। ਤਾਂ ਹੀ ਬਾਣੀ ਵਿੱਚ ਵਾਰ-ਵਾਰ ਕਿਹਾ ਗਿਆ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ ਪੱਲੇ, ਸਭ ਕੁਛ ਪਾਏ। ਗੁਰੂ ਸਾਹਿਬ ਸਾਨੂੰ ਸਮਝਾਉਂਦੇ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਜੇ ਤੂੰ ਗੁਰਮੁਖਾਂ ਦੀ ਸੰਗਤ ਕਰੇਗਾ ਨਾ, ਨਿਮਰਤਾ ਭਾਵ ਦੇ ਵਿੱਚ ਉਹਨਾਂ ਦੀ ਸੰਗਤ ਵਿੱਚ ਬੈਠੇਗਾ, ਤਾਂ ਫਿਰ ਤੇਰੇ ਜੀਵਨ ਵਿੱਚੋਂ ਕਾਮ ਕ੍ਰੋਧ ਇਹ ਤੈਨੂੰ ਮੋਹ ਨਹੀਂ ਸਕਦੇ। ਤੇ ਵਿੰਸੈ ਲੋਭ ਸੁਆਨ, ਤੇ ਲੋਭ ਰੂਪੀ ਜਿਹੜਾ ਕੁੱਤਾ ਉਹ ਵੀ ਤੇਰੇ ਜੀਵਨ ਚੋਂ ਵਿੰਸ ਜਾਏਗਾ। ਯਾਦ ਰੱਖਣਾ, ਜੀਵਨ ਦੇ ਵਿੱਚ ਅਸੀਂ ਸਵੇਰੇ ਉੱਠਦੇ ਆ ਨਾ, ਸਭ ਤੋਂ ਪਹਿਲਾਂ ਲੋਭ ਰੂਪੀ ਕੁੱਤਾ ਉੱਠਦਾ ਹੈ। ਉਸਨੂੰ ਮਹਾਰਾਜ ਬਾਣੀ 'ਚ ਗੁਰੂ ਨਾਨਕ ਪਾਤਸ਼ਾਹ ਲਿਖਦੇ ਨੇ, ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੁੱਖੈ ਸਦਾ ਵਿਆਲ। ਅਸੀਂ ਉੱਠਦੇ ਹਾਂ ਸਵੇਰੇ, ਉੱਠਦੇ ਜਦੋਂ ਅੱਖ ਖੁੱਲਦੀ ਹੈ ਨਾ, ਤੇ ਸਭ ਤੋਂ ਪਹਿਲਾਂ ਲੋਭ ਰੂਪੀ ਕੁੱਤਾ ਉਹ ਅੱਗੇ ਆ ਜਾਂਦਾ ਹੈ। ਏਕ ਸਵਾਨ ਦੋਏ ਸਵਾਨੀ ਨਾਲ, ਤੇ ਦੋ ਸਵਾਨੀਆਂ ਕੁੱਤੀਆਂ ਨਾਲ ਨੇ, ਆਸਾ ਅਤੇ ਤ੍ਰਿਸ਼ਨਾ। ਸਵੇਰੇ ਉੱਠਦੇ ਸਾਰ ਕਿਤਨੀਆਂ ਆਸਾਵਾਂ ਨਾਲ ਹੋ ਜਾਂਦੀਆਂ, ਤ੍ਰਿਸ਼ਨਾ ਲੱਗ ਜਾਂਦੀ, ਹਾਏ ਇਹ ਵੀ ਇਕੱਠਾ ਕਰ ਲਵਾਂ, ਇਹ ਵੀ ਇਕੱਠਾ ਕਰ ਲਵਾਂ, ਤੇ ਇੱਕ ਲੋਭ ਰੂਪੀ ਕੁੱਤਾ ਭੌਂਕਣਾ ਸ਼ੁਰੂ ਕਰ ਦਿੰਦਾ ਹੈ। ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੁੱਖੈ ਸਦਾ ਵਿਆਲ। ਤੇ ਕਰਾਨੀਆਂ ਕੀ ਨੇ? ਕੂੜ ਛੁਰਾ ਮੁਰਦਾ ਮੁਰਦਾਰ, ਮੁੱਠਾ ਮੁਰਦਾਰ। ਇਹ ਕੂੜ ਛੁਰਾ ਬਣ ਜਾਂਦਾ ਸਾਡੀ ਜੀਵਨ ਦਾ। ਕੂੜ ਕਹਿੰਦੇ ਝੂਠ ਨੂੰ। ਜਿਵੇਂ ਛੁਰੇ ਦੇ ਨਾਲ ਜਿਹੜਾ ਡਾਕੂ ਹੁੰਦਾ ਨਾ, ਉਹ ਕਿਸੇ ਦਾ ਢਿੱਡ ਪਾੜ ਕੇ ਉਹਨੂੰ ਮਾਰ ਦਿੰਦਾ ਹੈ। ਇਸ ਤਰ੍ਹਾਂ ਇਹ ਕੂੜ, ਇਹ ਝੂਠ ਵੀ ਛੁਰਾ ਬਣ ਕੇ ਸਾਡੀ ਅਗਵਾਈ ਕਰਦਾ, ਸਾਨੂੰ ਨਿਮਾਣ ਵਾਲੇ ਪਾਸੇ ਲੈ ਜਾਂਦਾ। ਮੁੱਠਾ ਮੁਰਦਾਰ, ਜਿਹੜਾ ਉਸ ਛੁਰੇ ਦਾ ਮੁੱਠਾ ਹੈ ਨਾ, ਉਹ ਮੁਰਦਾਰ ਬਣ ਜਾਂਦਾ ਹੈ। ਮੁਰਦਾਰ ਕਹਿੰਦੇ ਨੇ ਪਰਾਇਆ ਹੱਕ ਖਾਣ ਨੂੰ, ਮਜਬੂਰ ਕਰ ਦਿੰਦਾ ਝੂਠ ਸਾਨੂੰ। ਇਸ ਕਰਕੇ ਪਿਆਰ ਵਾਲੇ ਸਾਹਿਬ ਸੱਚੇ ਪਾਤਸ਼ਾਹ ਆਖ ਰਹੇ ਨੇ, ਕਹਿੰਦੇ ਜਦੋਂ ਤੂੰ ਗੁਰਮੁਖਾਂ ਦੀ ਸੰਗਤ 'ਚ ਬੈਠੇਗਾ ਨਾ ਪਿਆਰਿਆ, ਫਿਰ ਤੇਰੇ ਜੀਵਨ ਵਿੱਚੋਂ ਇਹ ਲੋਭ ਰੂਪੀ ਜਿਹੜਾ ਕੁੱਤਾ ਹੈ, ਇਹ ਸਵਾਨ ਜਿਹੜਾ ਹੈ ਨਾ, ਜਿਹੜਾ ਹਰ ਵੇਲੇ ਤੈਨੂੰ ਤੰਗ ਕਰਦਾ ਹੈ, ਇਹ ਲੋਭ ਤੇਰੇ ਜੀਵਨ 'ਚੋਂ ਮੁੱਕ ਜਾਏਗਾ। ਫਿਰ ਕਹਿਣ ਲੱਗੇ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਹੁਣ ਇਹ ਚੀਜ਼ਾਂ ਜੇ ਸਾਡੇ ਕੰਟਰੋਲ 'ਚ ਹੋ ਗਈਆਂ, ਫਿਰ ਹੈ ਸੱਚਾ ਮਾਰਗ। ਬੜੀ ਬਰੀਕੀ ਹੈ ਬਾਣੀ ਦੇ ਵਿੱਚ, ਜੋ ਉੱਪਰ ਵਾਲੀਆਂ ਗੱਲਾਂ ਸਤਿਗੁਰ ਨੇ ਦੱਸੀਆਂ ਨਾ, ਇਹ ਸਾਰੀਆਂ ਸਾਡੇ ਵਸ ਵਿੱਚ ਆ ਗਈਆਂ। ਫਿਰ ਸਮਝ ਲਓ ਅਸੀਂ ਸੱਚੇ ਮਾਰਗ ਤੇ ਤੁਰਨਾ ਸ਼ੁਰੂ ਕਰ ਦਿੱਤਾ। ਇਹ ਸਾਰੀਆਂ ਰੁਕਾਵਟਾਂ ਨੇ। ਜੇ ਇਹ ਵਿੰਸ ਗਈਆਂ, ਸਮਝ ਲਓ ਸੱਚੇ ਮਾਰਗ ਤੇ ਤੁਰ ਰਹੇ। ਮਤਾ ਸਮਝਿਓ ਕਿ ਮੇਰੇ ਵਰਗਾ ਕਥਾ ਕਰ ਰਿਹਾ ਤੇ ਸੱਚੇ ਮਾਰਗ ਤੇ ਚੱਲਿਆ, ਕੋਈ ਸੱਚਾ ਮਾਰਗ ਨਹੀਂ ਜੇ। ਤੁਸੀਂ ਸੁਣ ਰਹੇ ਹੋ, ਕੋਈ ਸੱਚਾ ਮਾਰਗ ਨਹੀਂ ਹੈ ਜੇ। ਕਿਤੇ ਭੁਲੇਖਾ ਨਾ ਖਾ ਲਿਓ, ਗੁਰਮਤ ਬੜੀ ਡੂੰਘੀ ਜੇ। ਕਈ ਵਾਰੀ ਭੁਲੇਖਾ ਪੈ ਜਾਂਦਾ ਸਾਨੂੰ। 4 ਦਿਨ ਗੁਰਦੁਆਰੇ ਸੰਗਤ ਕਰਕੇ, ਮੇਰੇ ਵਰਗੇ ਨੂੰ ਕਥਾ ਕਰਕੇ, ਕੀਰਤਨ ਕਰਕੇ, ਗੁਰਦੁਆਰੇ ਬਹਿ ਕੇ ਸੇਵਾ ਕਰਕੇ ਵੀ ਸਾਡੇ ਵਰਗਾ ਤਾਂ ਧਾਰਮਿਕ ਕੋਈ ਨਹੀਂ। ਅਸੀਂ ਸੱਚੇ ਮਾਰਗ ਤੇ ਤੁਰਦੇ ਹਾਂ। ਲੋਕ ਵੀ ਕਹਿੰਦੇ ਤੁਸੀਂ ਤਾਂ ਗੁਰੂ ਘਰ ਰਹਿੰਦੇ ਹੋ, ਰੱਬ ਦੇ ਬੜੇ ਨੇੜੇ ਹੋ, ਪਰ ਐਸੀ ਗੱਲ ਨਹੀਂ। ਨੇੜੇ ਇਸ ਤਰ੍ਹਾਂ ਨਾਲ ਨਹੀਂ, ਨੇੜੇ ਮਨ ਕਰਕੇ ਹੋਈਏ ਆਪਣੇ ਸਤਿਗੁਰ ਦੇ। ਨੇੜੇ ਮਨ ਕਰਕੇ ਹੋਈਏ, ਗੁਰੂ ਕੇ ਹੁਕਮ ਵਿੱਚ ਨੇੜੇ ਹੋਈਏ, ਗੁਰੂ ਦੇ ਭੈ ਭਾਵਨੀ ਵਿੱਚ ਰਹੀਏ। ਜਦੋਂ ਇਹ ਸਾਰੀਆਂ ਚੀਜ਼ਾਂ ਜੀਵਨ 'ਚੋਂ ਵਿੰਸ ਜਾਣਗੀਆਂ ਨਾ, ਤਾਂ ਫਿਰ ਕੀ ਹੋਏਗਾ? ਅਸੀਂ ਫਿਰ ਸੱਚੇ ਮਾਰਗ ਤੇ ਤੁਰਨਾ ਸ਼ੁਰੂ ਕਰ ਦਾਂਗੇ। ਇਹਦਾ ਅਰਥ ਹੈ ਕਿ ਜਿੰਨਾ ਚਿਰ ਇਹ ਚੀਜ਼ਾਂ ਸਾਡੇ ਜੀਵਨ 'ਚ ਨੇ, ਇਹਨਾਂ ਵਿੱਚੋਂ ਕੋਈ ਵੀ ਚੀਜ਼ ਹੈ ਜੋ ਉੱਪਰ ਦੱਸਿਆ ਸਤਿਗੁਰ ਨੇ, ਕਿਹੜੀ ਕਿਹੜੀਆਂ? ਜਨਮ ਕਰਮ ਮਲ,
ਗੁਮਾਨ, ਕਾਮ, ਕ੍ਰੋਧ, ਲੋਭ ਰੂਪੀ ਸਵਾਨ। ਇਹ ਦੱਸੇ ਨੇ ਸਤਿਗੁਰ ਨੇ। ਫਿਰ ਨੋਟ ਕਰ ਲਿਓ ਇਹਨਾਂ ਨੂੰ। ਜਦੋਂ ਤੱਕ ਇਹ ਚੀਜ਼ਾਂ ਜੀਵਨ 'ਚ ਨੇ, ਸੱਚੇ ਮਾਰਗ ਦੀ ਅਰੰਭਤਾ ਕੋਈ ਨਹੀਂ ਹੋਣੀ। ਪਹਿਲੀ ਪੌੜੀ ਵੀ ਨਹੀਂ ਚੜ੍ਹੇ ਅਜੇ ਅਸੀਂ। ਔਰ ਜਿਨ੍ਹਾਂ ਦੇ ਵਿੰਸ ਗਈਆਂ ਨੇ ਜੀਵਨ ਵਿੱਚੋਂ ਇਹ ਚੀਜ਼ਾਂ, ਉਹਨਾਂ ਨੂੰ ਮੇਰੀ ਨਮਸਕਾਰ ਵੀ। ਤੁਸੀਂ ਪੌੜੀ ਚੜ੍ਹਨੀ ਸ਼ੁਰੂ ਕਰ ਦਿੱਤੀ, ਇਸ ਰਸਤੇ 'ਤੇ ਤੁਰਨਾ ਸ਼ੁਰੂ ਕਰ ਦਿੱਤਾ। ਕਿਉਂਕਿ ਇਹ ਰਸਤਾ ਜਿਹੜਾ ਇੱਕ ਵੱਖਰਾ ਹੈ। ਇਸ ਨੂੰ ਮਾਰਗ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ। ਵਿਖਮ ਮਾਰਗ ਚਲਣਾ, ਲਵ ਲੋਭ ਅਹੰਕਾਰ ਤਜ ਤ੍ਰਿਸ਼ਨਾ। ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ। ਏਤ ਮਾਰਗ ਜਾਣਾ। ਦੇਖੋ ਕਿਤਨਾ ਔਖਾ ਕੰਮ ਹੈ ਸਿੱਖੋ। ਗੁਰਮੁਖ ਜਨੋ, ਇਸ ਮਾਰਗ ਤੇ ਤੁਰਨਾ ਸ਼ੁਰੂ ਕਰਨਾ ਕਿਤਨਾ ਵਿਖਮ ਕੰਮ ਹੈ ਭਾਈ, ਔਖਾ ਹੈ। ਪਰ ਜੇ ਇਸ ਮਾਰਗ ਤੇ ਕੋਈ ਤੁਰਨਾ ਸ਼ੁਰੂ ਕਰ ਦੇਵੇਗਾ, ਆਪਣੇ ਜੀਵਨ ਵਿੱਚੋਂ ਲੋਭ ਨੂੰ ਖਤਮ ਕਰ ਲਏਗਾ, ਕਾਮ ਕ੍ਰੋਧ ਨੂੰ ਮੁਕਾ ਲਏਗਾ, ਆਪਣੇ ਜੀਵਨ ਵਿੱਚੋਂ ਜਨਮ ਕਰਮ ਦੀ ਜਿਹੜੀ ਮੈਲ ਸੀ ਵਿਕਾਰਾਂ ਦੀ, ਉਹ ਦੂਰ ਕਰ ਲਏਗਾ, ਹੰਕਾਰ ਨੂੰ ਮੁਕਾ ਲਏਗਾ। ਔਰ ਜਦੋਂ ਇਸ ਰਸਤੇ ਤੇ ਤੁਰ ਪਏਗਾ, ਫਿਰ ਪਤਾ ਕੀ ਹੋਏਗਾ? ਫਿਰ ਮਾਲਕ ਨੇ ਉਸਤਤ ਕਰੇ ਜਹਾਨ। ਫਿਰ ਸੰਸਾਰ ਐਸੇ ਮਨੁੱਖ ਦੀ ਉਸਤਤ ਕਰਦਾ ਹੈ। ਔਰ ਅਸਲ ਵਿੱਚ ਉਸਤਤ ਵੀ ਐਸੇ ਮਨੁੱਖ ਦੀ ਕਰਨੀ ਚਾਹੀਦੀ ਹੈ ਜਿਹੜਾ ਕਿ ਇਹ ਸਾਰੀ ਚੀਜ਼ਾਂ ਨੂੰ ਮੁਕਾ ਕੇ ਅੱਗੇ ਵਧਿਆ ਸੱਚੇ ਰਸਤੇ ਤੇ। ਉਹ ਫਿਰ ਉਸਤਤ ਦਾ ਹੱਕਦਾਰ ਹੈ, ਵਡਿਆਈ ਦਾ ਹੱਕਦਾਰ ਹੈ। ਕੋਈ ਵੀ ਚੱਲ ਪਵੇ, ਭਾਵੇਂ ਉਹ ਜਿੱਦਾਂ ਦੇ ਮਰਜ਼ੀ ਕੱਪੜੇ ਪਾਉਂਦਾ ਹੋਵੇ, ਸੰਸਾਰੀ ਪਾਉਂਦਾ ਹੋਵੇ, ਧਾਰਮਿਕ ਪਾਉਂਦਾ ਹੋਵੇ, ਲਿਬਾਸ ਕੋਈ ਵੀ ਹੋਵੇ, ਪਰ ਸੁਰਤ ਇਸ ਮਾਰਗ ਤੇ ਤੁਰੀ ਹੋਵੇ, ਫਿਰ ਉਹ ਪੂਜਨ ਯੋਗ ਹੈ। ਫਿਰ ਮੱਥਾ ਟੇਕਣ ਯੋਗ ਵੀ ਮੈਂ ਬੇਨਤੀ ਕਰਾਂ। ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਨੇ ਪੁੱਛਿਆ, ਮਹਾਰਾਜ ਵੀ ਜਿਹੜੇ ਤੁਹਾਡੇ ਖਾਲਸੇ ਨੇ, ਕਿ ਇਹਨਾਂ ਦੇ ਅੱਗੇ ਵੀ ਮੱਥਾ ਟੇਕਿਆ ਜਾ ਸਕਦਾ ਹੈ? ਤੇ ਮਹਾਰਾਜ ਨੇ ਇੱਕ ਗੱਲ ਆਖੀ ਸੀ, ਕਹਿਣ ਲੱਗੇ, ਖਾਲਸਾ ਮੇਰਾ ਸਤਿਗੁਰ ਪੂਰਾ। ਕਹਿੰਦੇ ਖਾਲਸਾ ਜੇ ਹੋਵੇ ਨਾ, ਤੇ ਉਹ ਮੇਰਾ ਪੂਰਾ ਸਤਿਗੁਰੂ ਹੈ। ਕਿਉਂਕਿ ਖਾਲਸਾ मेरो रूप है खास, खालसे में हूँ करो निवास। मेरा खास रूप है खालसा, ਖਾਲਸੇ ਵਿੱਚ ਮੇਰਾ ਨਿਵਾਸ ਹੈ। ਸਤਿਗੁਰ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ। ਇਸ ਕਰਕੇ ਸਾਹਿਬ ਜੀ ਕਹਿ ਰਹੇ ਨੇ, ਕਹਿੰਦੇ ਜੇ ਜੀਵਨ ਦੇ ਵਿੱਚ ਤੂੰ ਇਸ ਮਾਰਗ ਤੇ ਤੁਰਨਾ ਸ਼ੁਰੂ ਕਰ ਦਿੱਤਾ, ਸੱਚੇ ਮਾਰਗ ਤੇ ਤੁਰਨਾ ਸ਼ੁਰੂ ਕਰ ਦਿੱਤਾ, ਸੰਸਾਰ ਫਿਰ ਉਸਤਤੀ ਕਰਨ ਤੋਂ ਰਹਿ ਨਹੀਂ ਸਕਦਾ, ਉਹਨੂੰ ਉਸਤਤੀ ਕਰਨੀ ਪਏਗੀ। ਕਿਉਂਕਿ ਸੱਚਾ ਮਾਰਗ ਵਿਖਮ ਹੈ। ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ ਨਾ ਵੀ ਇਸ ਮਾਰਗ ਤੇ ਤੁਰਨਾ ਔਖਾ ਹੈ, ਜੇ ਕੋਈ ਤੁਰ ਰਿਹਾ ਤੇ ਉਹ ਵੀ ਯਤਨ ਕਰਦਾ ਹੈ ਵੀ ਇਸ ਤੁਰਨ ਵਾਲੇ ਦੇ ਚਰਨਾਂ ਦੀ ਧੂੜ ਮੈਂ ਵੀ ਲੈ ਲਵਾਂ, ਕਿਤੇ ਮੇਰਾ ਜੀਵਨ ਵੀ ਸਫਲਾ ਹੋ ਜਾਏ, ਕਿਤੇ ਉਸ ਤੁਰਨ ਵਾਲੇ ਦੀ ਚਰਨ ਛੋਹ ਪ੍ਰਾਪਤ ਹੋ ਗਏ, ਕੀ ਪਤਾ ਮੇਰੇ ਮਨ ਵਿੱਚ ਵੀ ਉਮੰਗ ਪੈਦਾ ਹੋ ਜਾਏ, ਕਿਤੇ ਐਸੀ ਅਵਸਥਾ ਬਣ ਜਾਏ, ਉਮਕਿਓ ਹਿਓ ਮਿਲਣ ਪ੍ਰਵਤਾਈ, ਮੇਰੇ ਅੰਦਰ ਵੀ ਉਮੰਗ ਪੈਦਾ ਹੋ ਜਾਏ ਵਾਹਿਗੁਰੂ ਜੀ ਨੂੰ ਮਿਲਣ ਵਾਸਤੇ। ਫਿਰ ਸਤਿਗੁਰ ਕਹਿ ਰਹੇ ਨੇ, ਕਹਿਣ ਲੱਗੇ ਦਾਤਾਰ ਪਿਤਾ, 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਕਹਿੰਦੇ 68 ਤੀਰਥਾਂ ਦਾ ਇਸ਼ਨਾਨ, ਸਾਰੇ ਪੁੰਨ ਦੇ ਕੰਮ, ਜੀਵਾਂ ਦੇ ਉੱਤੇ ਦਇਆ ਕਰਨੀ, ਤੇ ਇਹ ਸਭ ਪਰਮਾਤਮਾ ਦੇ ਸਿਮਰਨ ਵਿੱਚ ਆਉਂਦਾ ਹੈ। ਜਿਹੜਾ ਸਿਮਰਨ ਕਰ ਲੈਂਦਾ ਤੇ ਸਭ ਮਾਰਗ ਕਹਿੰਦੇ ਉਹਦਾ ਕੀਤੇ ਹੋਏ ਕੰਮ ਪ੍ਰਵਾਨ ਨੇ। ਜਿਹੜਾ ਸੱਚਾ ਮਾਰਗ ਚੁਣ ਲੈਂਦਾ ਹੈ, ਸਮਝ ਲਓ ਕਿ ਉਹ 68 ਤੀਰਥਾਂ ਦੇ ਇਸ਼ਨਾਨ ਕਰ ਲਏ, ਸਾਰੇ ਪੁੰਨ ਦੇ ਕੰਮ ਕਰ ਲਏ, ਜੀਵਾਂ ਦੇ ਉੱਤੇ ਦਇਆ ਕਰ ਲਈ। ਸਮਝ ਲਓ ਕਿ ਜਿਹੜਾ ਇਸ ਨਾਮ ਸਿਮਰਨ ਦੇ ਮਾਰਗ ਤੇ, ਸੱਚੇ ਮਾਰਗ ਤੇ ਤੁਰ ਪਿਆ, ਤੇ ਉਹ ਮਨੁੱਖ ਪ੍ਰਵਾਨ ਹੋ ਜਾਂਦਾ ਹੈ। ਫਿਰ ਇਹ ਜਿਹੜੇ ਕਰਮ ਵੀ ਪ੍ਰਵਾਨ ਹੋ ਜਾਂਦੇ ਨੇ। 68 ਤੀਰਥਾਂ ਤੇ ਜਾਇਆ ਵੀ ਪ੍ਰਵਾਨ ਹੈ। ਪਰ ਜੇ ਉਹ ਸੱਚੇ ਮਾਰਗ ਤੇ ਨਹੀਂ ਤੁਰਦਾ, ਗੁਸਤਾਖੀ ਮਾਫ ਸਦੂ ਕਹਿੰਦੇ, ਫਿਰ 68 ਤੀਰਥਾਂ ਤੇ ਘੁੰਮਿਆ ਪ੍ਰਵਣ ਹੋ ਸਕਦਾ ਹੈ, ਉਹਦਾ ਧਰਮ ਨਹੀਂ ਹੋ ਸਕਦਾ। ਜੀਵਾਂ ਦੇ ਉੱਤੇ ਦਇਆ ਕਰਨੀ, ਪੁੰਨ ਕੀਤੇ, ਉਹ ਪੁੰਨ ਵੀ ਲੇਖੇ 'ਚ ਨਹੀਂ ਲੱਗਣਗੇ ਜੇ ਸੱਚੇ ਮਾਰਗ ਤੇ ਨਹੀਂ ਤੁਰਿਆ ਤਾਂ। ਕਿਉਂਕਿ ਇਹ ਕਰਮ ਤਾਂ ਪ੍ਰਵਾਨ ਨੇ ਜੇ ਕੋਈ ਸੱਚੇ ਮਾਰਗ ਤੇ ਤੁਰ ਪਏ। ਫਿਰ ਮਹਾਰਾਜ ਅੱਗੇ ਸਮਝਾ ਰਹੇ ਨੇ, ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਆਖਣ ਲੱਗੇ ਸਤਿਗੁਰ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਇਹ ਕਿਰਪਾ ਕਰਕੇ ਇਹ ਦਾਤ ਦਿੰਦਾ ਹੈ, ਉਹੀ ਸਿਆਣਾ ਹੈ, ਉਹੀ ਪੁਰਖ ਸਜਾਣਾ ਹੈ। ਤੇ ਮਾਲਕ ਨੇ ਜਿਨ ਮਿਲਿਆ ਪ੍ਰਭ ਆਪਣਾ, ਜਿਨ੍ਹਾਂ ਮਨੁੱਖਾਂ ਨੂੰ ਆਪਣੇ ਪ੍ਰਭੂ ਨੇ, ਜਿਨ੍ਹਾਂ ਨੇ ਪ੍ਰਾਪਤ ਕਰ ਲਿਆ,
ਤੇ ਮਹਾਰਾਜ ਕਹਿੰਦੇ ਨਾਨਕ ਤਿਨ ਕੁਰਬਾਨ। ਸਿੱਧ ਕਹਿੰਦੇ ਮੈਂ ਉਹਨਾਂ ਤੋਂ ਸਦਕੇ, ਮੈਂ ਉਹਨਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਗਈ, ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਮਿਲ ਗਿਆ। ਮੈਂ ਉਹਨਾਂ ਤੋਂ ਕਹਿੰਦੇ ਸਦਕੇ ਜਾਂਦਾ। ਫਿਰ ਮਹਾਰਾਜ ਕਹਿੰਦੇ ਮਾਗ ਸੁਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਬਾਨ। ਤੇ ਮਾਘ ਦੇ ਮਹੀਨੇ ਵਿੱਚ ਸਾਧੂ ਕਹਿੰਦੇ ਉਹ ਸੁੱਚੇ ਆਖੇ ਜਾਂਦੇ ਹਨ, ਪਵਿੱਤਰ ਆਖੇ ਜਾਂਦੇ ਹਨ, ਜਿਨ੍ਹਾਂ ਦੇ ਉੱਤੇ ਪੂਰਾ ਗੁਰੂ ਮਿਹਰਬਾਨ ਹੁੰਦਾ ਹੈ, ਪੂਰਾ ਗੁਰੂ ਦਇਆ ਕਰਦਾ ਹੈ। ਸੋ ਪਿਆਰ ਵਾਲਿਓ ਸੱਚ ਜਾਣਨਾ, ਜੇ ਆਪਾਂ ਆਪਣੇ ਆਪ ਨੂੰ ਸੁੱਚੇ, ਆਪਣੇ ਆਪ ਨੂੰ ਪਵਿੱਤਰ ਅਖਵਾਉਣਾ ਹੈ, ਜੇ ਆਪਣੇ ਆਪ ਨੂੰ ਚੰਗਾ ਅਖਵਾਉਣਾ ਹੈ ਤੇ ਉਹ ਕਰਮ ਕਰੋ ਜਿਸ ਕਰਮ ਨੂੰ ਕਰਕੇ ਪੂਰਾ ਗੁਰੂ ਸਾਡੇ ਉੱਤੇ ਕਿਰਪਾ ਕਰ ਦੇਵੇ। ਤੇ ਉਹ ਕਰਮ ਤਾਂ ਹੋਣਗੇ ਜੇ ਸਾਨੂੰ ਸਤਿਗੁਰੂ ਜੀ ਦਾ ਡਰ ਹੋਏਗਾ ਵੀ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਾਨੂੰ ਦੇਖਦੇ ਹੋ, ਤੁਸੀਂ ਸਾਡੇ ਕਰਮਾਂ ਦਾ ਨਿਰਣਾ ਕਰਦੇ ਹੋ। ਇਸ ਕਰਕੇ ਆਪਣੇ ਜੀਵਨ ਵਿੱਚ ਆਪਾਂ ਯਤਨ ਕਰੀਏ ਪਵਿੱਤਰ ਹੋਣ ਵਾਸਤੇ, ਕਿ ਗੁਰੂ ਦੀ ਮਿਹਰ ਹੋਵੇਗੀ ਤਾਂ ਪਵਿੱਤਰ ਹੋਵਾਂਗੇ। ਤੇ ਗੁਰੂ ਦੀ ਮਿਹਰ ਵਾਸਤੇ ਕੀ ਕੰਮ ਕਰੀਏ, ਇਹ ਆਪਾਂ ਸਤਿਗੁਰੂ ਜੀ ਨੂੰ ਪੁੱਛੀਏ, ਗੁਰਬਾਣੀ ਵਿੱਚੋਂ ਪੁੱਛੀਏ ਵੀ ਸਤਿਗੁਰੂ ਦਇਆ ਕਦੋਂ ਕਰਦਾ ਹੈ, ਸਤਿਗੁਰੂ ਦੀ ਕਿਰਪਾ ਕਦੋਂ ਹੁੰਦੀ ਹੈ। ਸਤਿਗੁਰੂ ਦੀ ਕਿਰਪਾ ਹੋਣ ਵਾਸਤੇ ਜ਼ਰੂਰੀ ਹੈ, ਮਹਾਰਾਜ ਕਹਿੰਦੇ ਨੇ ਤੂੰ ਗੁਰੂ ਦੇ ਘਰ ਵਿੱਚ ਰਹਿਣਾ ਸਿੱਖ ਲੈ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਇਹ ਤਰੀਕਾ ਹੈ। ਜੇ ਆਪਾਂ ਚਾਹੁੰਦੇ ਨਾ ਗੁਰੂ ਸਾਹਿਬ ਕਿਰਪਾ ਕਰਨ, ਤੇ ਗੁਰੂ ਨਾਨਕ ਪਾਤਸ਼ਾਹ ਦੀ ਆਗਿਆ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਭਾਈ ਲਹਿਣਾ ਬਣ ਕੇ ਸਹਿਆ ਸੀ ਹੈ ਜੀ, ਤਾਂ ਜਾ ਕੇ ਕਿਤੇ ਕਿਰਪਾ ਹੋਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਗਿਆ ਨੂੰ ਪ੍ਰਵਾਨ ਕੀਤਾ। ਗੁਰੂ ਘਰ ਦੇ ਵਿੱਚ ਰਹਿਣਾ ਸਿੱਖ ਲਈਏ, ਗੁਰੂ ਕੀ ਸਿੱਖੀ ਵਿੱਚ ਰਹਿਣਾ ਸਿੱਖ ਲਈਏ, ਗੁਰੂ ਕੀ ਦਿੱਤੀ ਹੋਈ ਜੀਵਨ ਜਾਚ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਈਏ। ਇਸ ਤਰ੍ਹਾਂ ਕੀਤਿਆਂ ਸਾਡਾ ਜਿਹੜਾ ਜੀਵਨ ਹੈ ਪਿਆਰ ਵਾਲਿਓ, ਇਹ ਸਫਲ ਹੋਣਾ ਹੈ। ਅਸੀਂ ਕਈ ਵਾਰੀ ਯਤਨ ਕਰਦੇ ਹਾਂ ਜੀਵਨ ਦੇ ਵਿੱਚ, ਔਰ ਕਈ ਵਾਰੀ ਇਹ ਵੀ ਸਮਝ ਲੈਂਦੇ ਹਾਂ ਕਿ ਜੋ ਕਰ ਰਹੇ ਹਾਂ ਬਸ ਇਸ ਤੋਂ ਅੱਗੇ ਹੋਰ ਕੁਝ ਨਹੀਂ, ਇਹੀ ਸਾਡਾ ਧਰਮ ਕਰਮ ਹੈ, ਸ਼ਾਇਦ ਇਤਨਾ ਹੀ ਗੁਰੂ ਨਾਨਕ ਨੇ ਸਾਨੂੰ ਇਤਨੇ ਕਰਮ ਤੋਂ ਹੀ ਪ੍ਰਵਾਨ ਕਰ ਲੈਣਾ। ਪਰ ਨਹੀਂ, ਸਿੱਖ ਨੇ ਪੂਰਨ ਤੌਰ ਤੋਂ ਗੁਰੂ ਕੀ ਆਗਿਆ ਵਿੱਚ, ਗੁਰੂ ਕੇ ਹੁਕਮਾਂ ਵਿੱਚ ਰਹਿਣਾ ਹੈ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਆਪਸ ਕੋ ਕਰ ਕਛ ਨ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਮਨ ਵਿੱਚ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਤਾਸ। ਜਿੱਥੇ ਸੀਸ ਭੇਟਾ ਕੀਤਾ ਨਾ, ਇੱਥੇ ਆਪਣਾ ਮਨ ਵੀ ਗੁਰੂ ਅੱਗੇ ਭੇਟਾ ਕਰੀਏ। ਜਿੱਥੇ ਆਪਾਂ ਸੀਸ ਝੁਕਾਉਂਦੇ ਹਾਂ, ਮਨ ਨੂੰ ਵੀ ਝੁਕਾਈਏ ਗੁਰੂ ਚਰਨਾਂ ਵਿੱਚ। ਐਸਾ ਨਾ ਹੋਵੇ ਕਿ ਆਪਾਂ ਗੁਰੂ ਦਰ ਤੇ ਆ ਕੇ ਸੀਸ ਝੁਕਾ ਦਿੱਤਾ, ਮੱਥਾ ਟੇਕ ਦਿੱਤਾ, ਤੇ ਇਹ ਮਨ ਝੁਕਿਆ ਹੀ ਨਾ ਹੋਵੇ। ਕਈ ਵਾਰੀ ਤੇ ਗੁਸਤਾਖੀ ਮਾਫ ਕਰਨਾ, ਮਨ ਝੁਕੇਗਾ ਕਿਵੇਂ? ਮਨ ਤਾਂ ਗੁਰਦੁਆਰੇ ਵੀ ਨਹੀਂ ਆਇਆ ਹੁੰਦਾ। ਮੈਨੂੰ ਕੋਈ ਪੁੱਛ ਰਿਹਾ ਸੀ ਵੀ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਮਨ ਨਹੀਂ ਆਇਆ? ਕਿਉਂਕਿ ਜਿਹੜੇ ਬੰਦਿਆਂ ਨੂੰ ਇਹ ਫਿਕਰ ਹੈ ਸਾਡੇ ਕੋਈ ਜੋੜੇ ਉਠਾ ਕੇ ਨਾ ਲੈ ਜਾਏ, ਤੇ ਸਮਝ ਲਓ ਕਿ ਉਹਨਾਂ ਦਾ ਮਨ ਗੁਰਦੁਆਰੇ ਥੋੜ੍ਹੀ ਆਇਆ ਹੈ ਜੀ। ਉਹਨਾਂ ਦਾ ਮਨ ਕਿੱਥੇ ਹੈ? ਜੋੜਿਆਂ 'ਚ ਰੱਖਿਆ ਹੋਇਆ ਉੱਥੇ, ਕਿ ਕੋਈ ਉਠਾ ਕੇ ਨਾ ਲੈ ਜਾਏ ਕਿਤੇ। ਫਿਕਰ ਪਿਆ ਹੋਇਆ ਉਸਦਾ। ਕਿਸੇ ਨੂੰ ਫਿਕਰ ਪਿਆ, ਘਰ ਦੇ ਵਿੱਚ ਆ ਤੇ ਗਏ ਆ, ਪਰ ਰੋਟੀ ਪਕਾਉਣ ਦਾ ਪਿੱਛੇ ਫਿਕਰ ਪਿਆ ਹੋਇਆ ਵੀ ਰੋਟੀ ਪਕਾਉਣੀ ਹੈ। ਕੋਈ ਹੋਰ ਕੋਈ ਫਿਕਰ ਪਿਆ ਹੋਇਆ, ਦੁਕਾਨ ਦਾ ਫਿਕਰ ਪਿਆ, ਬੈਠੇ ਗੁਰਦੁਆਰੇ ਹਾਂ, ਮਨ ਦੁਕਾਨ ਤੇ ਹੈ। ਜਦੋਂ ਤਨ ਗੁਰਦੁਆਰੇ ਆਵੇ ਤਾਂ ਮਨ ਵੀ ਗੁਰਦੁਆਰੇ ਲੈ ਕੇ ਆਓ। ਜਦੋਂ ਤਨ ਦੁਕਾਨ ਤੇ ਹੋਵੇ, ਮਨ ਫਿਰ ਵੀ ਗੁਰਦੁਆਰੇ ਰੱਖੋ, ਸਾਡੇ ਕੰਮਾਂ 'ਚ ਬਰਕਤਾਂ ਪੈ ਜਾਣਗੀਆਂ। ਉਚਾਰਨ ਕਰੋ ਸਤਿਨਾਮ। ਫਿਰ ਦੇਖਣਾ ਜੀਵਨ ਦੇ ਵਿੱਚ ਉੱਚਤਾ ਕਿਵੇਂ ਆਉਂਦੀ ਹੈ। ਆਪਾਂ ਕੀ ਕਰਦੇ? ਗੁਰਦੁਆਰੇ ਬੈਠ ਕੇ ਸਾਡਾ ਮਨ ਇੱਥੇ ਆਉਂਦਾ ਨਹੀਂ, ਝੁਕਣਾ ਕਿਵੇਂ? ਗੁਰੂ ਨੂੰ ਮੱਥਾ ਕਿਵੇਂ ਟੇਕੇਗਾ? ਇੱਥੇ ਆਇਆ ਹੀ ਨਹੀਂ ਹੈ। ਸਰੀਰ ਆਇਆ, ਸਰੀਰ ਨੇ ਆਪਣਾ ਸਿਰ ਝੁਕਾ ਦਿੱਤਾ, ਮਨ ਕਿਸੇ ਹੋਰ ਪਾਸੇ ਰਹਿ ਗਿਆ, ਮਨ ਆਇਆ ਹੀ ਨਹੀਂ ਗੁਰੂ ਕੋਲ। ਚਾਹੀਦਾ ਤੇ ਇਹ ਸੀ ਕਿ ਤਨ ਗੁਰਦੁਆਰੇ ਆਵੇ, ਮਨ ਵੀ ਗੁਰਦੁਆਰੇ ਆਵੇ। ਤਨ ਨਾ ਵੀ ਗੁਰਦੁਆਰੇ ਹੋਵੇ, ਦੁਕਾਨ ਤੇ ਹੋਵੇ, ਪਰ ਮਨ ਗੁਰਦੁਆਰੇ ਹੋਵੇ। ਦਸਵੇਂ ਪਾਤਸ਼ਾਹ ਨੇ ਨਾ, ਹਜ਼ੂਰ ਸਾਹਿਬ ਜਦੋਂ ਇੱਕ ਵਾਰੀ ਡਰਾਮੇ ਵਾਲੇ ਆਏ ਨਾ, ਤੇ ਕੁਝ ਸਿੱਖ ਕਹਿਣ ਲੱਗੇ ਵੀ ਅਸੀਂ ਡਰਾਮਾ ਵੇਖਣ ਜਾਣਾ।
ਜਿਹੜੇ ਸਿੱਖ ਪਹਿਰੇ ਤੇ ਖਲੋਤੇ ਸਨ ਉਹਨਾਂ ਨੂੰ ਆਖ ਗਏ, ਤੇ ਜੋ ਜਿਹੜੇ ਗਏ ਸਨ ਡਰਾਮਾ ਵੇਖਣ ਵਾਸਤੇ ਉਹਨਾਂ ਦਾ ਮਨ ਗੁਰੂ ਚਰਨਾਂ 'ਚ ਵੀ ਕਿਤੇ ਸਤਿਗੁਰ ਜਾਗ ਨਾ ਜਾਣ। ਔਰ ਜਿਹੜੇ ਉੱਥੇ ਪਹਿਰੇ ਤੇ ਖਲੋਤੇ ਸਨ ਉਹਨਾਂ ਦਾ ਮਨ ਉਸ ਡਰਾਮੇ ਵਿੱਚ ਦੇਖ ਰਹੇ ਸਨ ਵੀ ਇਸ ਤਰ੍ਹਾਂ ਡਰਾਮਾ ਹੋ ਰਿਹਾ ਹੋਣਾ ਹੈ, ਇਸ ਤਰ੍ਹਾਂ ਲੋਕ ਨੱਚ ਗਾ ਰਹੇ ਹੁੰਦੇ, ਇੱਦਾਂ ਹੋ ਰਿਹਾ ਹੋਣਾ, ਸ਼ਾਇਦ ਇੱਦਾਂ ਦਾ ਡਰਾਮਾ ਹੋਣਾ। ਉਹਨਾਂ ਦਾ ਪੂਰਾ ਮਨ ਗੁਰੂ ਕੇ ਚਰਨਾਂ 'ਚ ਪਹਿਰੇ ਤੇ ਖਲੋਤੇ ਹੋਏ ਵੀ, ਪਰ ਉੱਥੇ ਡਰਾਮੇ ਵਿੱਚ ਸੀ। ਸਵੇਰ ਹੋਈ, ਸਤਿਗੁਰੂ ਜੀ ਨੇ ਦੀਵਾਨ ਸਜਿਆ, ਸੰਗਤਾਂ ਆਈਆਂ, ਮੱਥੇ ਟੇਕ ਕੇ ਬਹਿ ਗਈਆਂ। ਗੁਰੂ ਸਾਹਿਬ ਨੇ ਕਿਹਾ, ਭਾਈ ਸਿੱਖੋ ਵੀ ਰਾਤ ਇੱਕ ਘਟਨਾ ਵਾਪਰੀ ਤੇ ਹਾਜ਼ਰ ਗੈਰ ਹਾਜ਼ਰ ਤੇ ਗੈਰ ਹਾਜ਼ਰ ਹਾਜ਼ਰ। ਸਿੱਖਾਂ ਨੇ ਕਿਹਾ ਮਹਾਰਾਜ ਸਮਝ ਨਹੀਂ ਆਈ। ਸਤਿਗੁਰੂ ਨੇ ਕਿਹਾ ਵੀ ਜਿਹੜੇ ਗੈਰ ਹਾਜ਼ਰ ਉਹ ਹਾਜ਼ਰ ਤੇ ਜਿਹੜੇ ਹਾਜ਼ਰ ਉਹ ਗੈਰ ਹਾਜ਼ਰ। ਤੇ ਸਿੱਖਾਂ ਨੇ ਹੱਥ ਜੋੜ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਗੱਲ ਸਮਝ ਵਿੱਚ ਨਹੀਂ ਆਈ। ਤੇ ਹੁਣ ਸਤਿਗੁਰੂ ਨੇ ਕਿਹਾ ਵੀ ਰਾਤ ਡਰਾਮਾ ਵੇਖਣ ਕੌਣ ਗਿਆ ਸੀ? ਹੁਣ ਸਤਿਗੁਰ ਅੰਤਰਜਾਮੀ ਨੇ, ਗੁਰੂ ਪਿਤਾ। ਹੁਣ ਜਿਹੜੇ ਪਹਿਰੇ ਤੇ ਖਲੋਤੇ ਸਨ ਉਹਨਾਂ ਨੇ ਬੜੀ ਜੋਸ਼ ਵਿੱਚ ਆਖਿਆ, ਜੀ ਅਸੀਂ ਤੇ ਗਏ ਨਹੀਂ, ਇਹ ਗਏ ਸਨ। ਤੁਸੀਂ ਅਕਸਰ ਦੇਖਣਾ ਇੱਦਾਂ ਕੋਈ ਬੰਦਾ ਨਾ ਉੱਥੇ ਹੋਵੇ ਮੌਜੂਦ, ਭਾਵੇਂ ਉਸਦਾ ਮਨ ਉੱਥੇ ਹੋਵੇ ਜਿੱਥੇ ਕਿ ਉਹ ਗਲਤ ਕੰਮ ਹੋ ਰਿਹਾ ਹੈ, ਤੇ ਉਹ ਕਹੇਗਾ ਮੈਂ ਤਾਂ ਜੀ ਗਿਆ ਨਹੀਂ, ਮੈਂ ਤਾਂ ਇੱਥੇ ਹੀ ਸੀ। ਪਰ ਜਿਹੜਾ ਗਿਆ ਉਹ ਵਿਚਾਰਾ ਚੁੱਪ ਰਹਿੰਦਾ, ਭਾਵੇਂ ਉਹਦਾ ਮਨ ਉੱਥੇ ਨਾ ਹੋਵੇ ਉਸ ਕੰਮ ਦੇ ਵਿੱਚ। ਹੁਣ ਇਹਨਾਂ ਨੇ ਜਿਹੜੇ ਪਹਿਰੇ ਤੇ ਖਲੋਤੇ ਸਨ ਇਹਨਾਂ ਨੇ ਕਿਹਾ, ਮਹਾਰਾਜ ਅਸੀਂ ਤਾਂ ਗਏ ਨਹੀਂ ਜੀ, ਅਸੀਂ ਤਾਂ ਤੁਹਾਡੇ ਪਹਿਰੇ ਤੇ ਖਲੋਤੇ ਹੋਏ ਸਾਂ। ਹੁਣ ਜਿਹੜੇ ਗਏ ਸਨ ਉਹਨਾਂ ਨੇ ਕਿਹਾ, ਮਹਾਰਾਜ ਅਸੀਂ ਗਏ ਸਾਂ। ਸਤਿਗੁਰੂ ਜੀ ਨੇ ਕਿਹਾ, ਨਹੀਂ, ਜਿਹੜੇ ਕਹਿ ਰਹੇ ਨੇ ਅਸੀਂ ਤਾਂ ਪਹਿਰੇ ਤੇ ਖਲੋਤੇ ਸਨ, ਇਹ ਡਰਾਮੇ 'ਚ ਗਏ ਸਨ ਸਾਰੇ। ਔਰ ਜਿਹੜੇ ਡਰਾਮੇ 'ਚ ਗਏ ਸੀ ਉਹ ਸਾਰੇ ਇੱਥੇ ਪਹਿਰੇ ਤੇ ਖਲੋਤੇ ਹੋਏ ਸਨ ਵੀ ਕਿਤੇ ਗੁਰੂ ਸਾਹਿਬ ਜਾਗ ਨਾ ਜਾਣ, ਕਿਤੇ ਸਤਿਗੁਰੂ ਨੂੰ ਪਤਾ ਨਾ ਚੱਲ ਜਾਏ। ਇਹੀ ਸਿੱਖੀ ਹੈ ਸਾਡੀ, ਜਿਹੜੀ ਭਗਤ ਤ੍ਰਿਲੋਚਨ ਜੀ ਨੇ ਬਚਨ ਕੀਤੇ ਨਾ। ਜਦੋਂ ਭਗਤ ਤ੍ਰਿਲੋਚਨ ਤੇ ਭਗਤ ਨਾਮਦੇਵ ਜੀ ਦਾ ਸੰਵਾਦ ਹੁੰਦਾ ਹੈ, ਜਦੋਂ ਭਗਤ ਨਾਮਦੇਵ ਜੀ ਨੂੰ ਤ੍ਰਿਲੋਚਨ ਜੀ ਮਿਲਣ ਜਾਂਦੇ ਨੇ ਤੇ ਇੱਕ ਬਚਨ ਕਰਦੇ ਨੇ, ਨਾਮਾ ਮਾਇਆ ਮੋਹਿਆ ਕਹਿ ਤ੍ਰਿਲੋਚਨ ਮੀਤ, ਕਾਹੇ ਛਿਪੋ ਛਾਇਲ ਰਾਮ ਨਾ ਲਾਭੋ ਚੀਤ। ਇਹ ਸੰਵਾਦ ਹੈ ਗੁਰਬਾਣੀ ਦੇ ਵਿੱਚ ਬੜਾ ਪਿਆਰਾ। ਵੀ ਭਗਤ ਨਾਮਦੇਵ ਜੀ ਕੋਲ ਭਗਤ ਤ੍ਰਿਲੋਚਨ ਆਏ, ਪੁੱਛਿਆ ਵੀ ਮੈਂ ਨਾਮਦੇਵ ਨੂੰ ਮਿਲਣਾ ਹੈ, ਕਹਿੰਦੇ ਮੈਂ ਹੀ ਨਾਮਦੇਵ ਹਾਂ, ਦੱਸੋ। ਬੜਾ ਹੈਰਾਨ ਹੋਏ ਤ੍ਰਿਲੋਚਨ ਜੀ ਵੀ ਮੈਂ ਸੁਣਿਆ ਸੀ ਬਹੁਤ ਵੱਡਾ ਭੁੱਗਿਆ ਭਗਤ ਹੈ, ਪਰ ਇਹ ਤਾਂ ਆਪਣਾ ਕੰਮ ਕਰ ਰਿਹਾ। ਕਿਉਂਕਿ ਜੋ ਉਹਨਾਂ ਦਾ ਕੰਮ ਸੀ ਛਪਾਈ ਦਾ, ਛੀਮੇ ਸਨ, ਆਪਣੇ ਕੰਮ 'ਚ ਲੱਗੇ ਹੋਏ ਸਨ। ਹੁਣ ਉਹਨਾਂ ਨੂੰ ਦੇਖ ਕੇ ਬੜੀ ਹੈਰਾਨੀ ਹੋਈ ਤੇ ਕਹਿ ਦਿੱਤਾ ਵੀ ਮੈਂ ਤਾਂ ਸੁਣਿਆ ਸੀ ਤੂੰ ਭਗਤ ਹੈ, ਪਰ ਤੂੰ ਤਾਂ ਮਾਇਆ ਦੇ ਵਿੱਚ ਮੋਹਿਆ ਹੋਇਆ। ਕਈ ਵਾਰੀ ਕੰਮ ਕਰੀਏ ਨਾ ਆਪਾਂ ਦੁਨਿਆਵੀ ਤੇ ਲੋਕਾਂ ਨੂੰ ਲੱਗਦਾ ਸ਼ਾਇਦ ਇਸ ਮਾਇਆ ਦੇ ਵਿੱਚ ਬੰਦਾ ਗਲਤਾਨ ਹੈ, ਪਰ ਕਈ ਵਾਰੀ ਉਹਦਾ ਜੀਵਨ ਬੜਾ ਉਪਰਾਮ ਹੁੰਦਾ ਪਿਆਰਿਓ। ਕਈ ਵਾਰੀ ਧਾਰਮਿਕ ਕਰਮ ਬੰਦਾ ਕਰਿਆ ਹੁੰਦਾ ਪਰ ਨਿਰਾ ਮਾਇਆ 'ਚ ਹੀ ਗਲਤਾਨ ਹੁੰਦਾ। ਬਸ ਉਹਦੀ ਸੁਰਤ ਮਾਇਆ 'ਚ ਹੀ ਲੱਗੀ ਰਹਿੰਦੀ ਹੈ, ਉਹ ਜੁੜਿਆ ਹੀ ਮਾਇਆ ਵਿੱਚ ਰਹਿੰਦਾ ਹੈ। ਇੱਕ ਵਾਰੀ ਮੈਂ ਕਿਤੇ ਪ੍ਰੋਗਰਾਮ ਕਰਨ ਗਿਆ ਤੇ ਉੱਥੇ ਨਾਲ ਮੇਰੇ ਇੱਕ ਬੰਦਾ ਸੀ ਤੇ ਉਸਨੇ ਬਾਅਦ ਦੇ ਵਿੱਚ ਮੈਨੂੰ ਕਿਹਾ ਵੀ ਤੁਹਾਨੂੰ ਇਤਨੀ ਮਾਇਆ ਆਈ ਹੈ। ਹੁਣ ਮੈਂ ਤਾਂ ਜੇਬ 'ਚ ਪਾ ਲਈ, ਮੈਨੂੰ ਤਾਂ ਪਤਾ ਨਹੀਂ ਕਿਤਨੀ ਆਈ ਹੈ। ਪਰ ਉਹਨਾਂ ਨੇ ਦੇਖੋ ਤੁਸੀਂ 10-10 ਰੁਪਏ ਕਰਕੇ ਇੱਕ ਪੈਸਾ ਗਿਣਿਆ, ਮੈਂ ਆ ਕੇ ਗਿਣੀ ਤੇ ਮੈਂ ਹੈਰਾਨ ਹੋਇਆ ਕਿ ਬੰਦੇ ਦੀ ਸੁਰਤ ਕਿੱਥੇ ਚੱਲ ਰਹੀ ਹੈ। ਔਰ ਉਹ ਇੱਕ ਬੀਬੀ ਸੀ ਇਸਤਰੀ ਸਤਸੰਗ ਵਿੱਚੋਂ। ਮੈਂ ਤਾਂ ਹੈਰਾਨ ਹੋਇਆ ਵੀ ਲੋਕਾਂ ਦੀ ਸੁਰਤ ਕਿੱਥੇ ਚੱਲਦੀ ਹੈ, ਦੱਸੋ। ਉਹ ਮਾਇਆ ਵਿੱਚ ਹੀ ਰਹੀ, ਅਰਦਾਸ 'ਚ ਮਨ 'ਚ ਹੀ ਨਹੀਂ ਲੱਗਿਆ ਵਿਚਾਰੀ ਦਾ। ਉਹ ਪੂਰਾ ਮਾਇਆ ਵਿੱਚ ਗਿਣਦੀ ਰਹੀ ਤੇ ਮਾਇਆ ਦਾ ਤੋਖਲਾ ਹੀ ਪੈਦਾ ਹੋ ਗਿਆ। ਵੈਸੇ ਧਾਰਮਿਕ, ਇਸ ਕਰਕੇ ਯਾਦ ਰੱਖਣਾ, ਭਗਤ ਤ੍ਰਿਲੋਚਨ ਜੀ ਨੂੰ ਜਦੋਂ ਨੇ ਦੇਖਿਆ ਨਾ ਭਗਤ ਨਾਮਦੇਵ ਨੂੰ ਭੁਲੇਖਾ ਲੱਗਿਆ ਵੀ ਇਹ ਤਾਂ ਛਪਾਈ ਦਾ ਕੰਮ ਕਰ ਰਹੇ ਨੇ ਤੇ ਮੈਂ ਸੁਣਿਆ ਭਗਤ ਹੈ, ਪਰ ਇਹ ਕਿਵੇਂ ਹੋ ਸਕਦਾ ਹੈ। ਤੇ ਕਹਿ ਦਿੱਤਾ ਵੀ ਤੂੰ ਤਾਂ ਰਿਹਾ ਛੀਮੇ ਦਾ ਛੀਮਾ ਹੀ, ਕਿਉਂਕਿ ਤੇਰਾ ਤਾਂ ਮਨ ਇਸ ਮਾਇਆ ਵਿੱਚ ਲੱਗਿਆ। ਨਾਮਾ ਮਾਇਆ ਮੋਹਿਆ ਕਹਿਤ ਲੋਚਨ ਮੀਤ, ਕਾਏ ਛਿਪੋ ਛਾਇਲ ਰਾਮ ਨਾ ਲਾਵੋ ਚਿਤ। ਤੂੰ ਰੱਬ ਦੇ ਨਾਮ ਦੇ ਨਾਲ ਚਿਤ ਕਿਉਂ ਨਹੀਂ ਜੋੜਦਾ, ਹੈ ਭਗਤ ਹੈ ਤੂੰ। ਉਹਨਾਂ ਨੇ ਬੜੇ ਕਮਾਲ ਦਾ ਜਵਾਬ ਦਿੱਤਾ, ਨਾਮਾ ਕਹਿ ਤ੍ਰਿਲੋਚਨਾ ਮੁਖ ਤੇ ਰਾਮ ਸਮਾਲ। ਨਾਮਾ ਆਖਦਾ ਤ੍ਰਿਲੋਚਨ, ਮੇਰੀ ਗੱਲ ਸੁਣ। ਕਹਿੰਦੇ ਮੇਰੇ ਹੱਥ ਜ਼ਰੂਰ ਕਾਰ ਵੱਲ ਨੇ ਪਰ ਮੇਰਾ ਚਿੱਤ ਕਰਤਾਰ ਵੱਲ ਹੈ। ਯਾਦ ਰੱਖੀ ਕਿ ਨਾਮਾ ਕਹਿ ਤ੍ਰਿਲੋਚਨਾ ਮੁਖ ਤੇ ਰਾਮ ਸਮਾਲ,
ਕਹਿਣ ਲੱਗੇ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਹ ਹੈ ਸਿੱਖੀ। ਹੱਥਾਂ ਪੈਰਾਂ ਨਾਲ ਦੁਕਾਨ ਤੇ ਬੈਠ ਕੇ ਕੰਮ ਕਰੋ, ਚਿੱਤ ਗੁਰੂ ਚਰਨਾਂ 'ਚ ਰੱਖੋ। ਐਸਾ ਨਾ ਹੋਵੇ ਕਿ ਗੁਰਦੁਆਰੇ ਆ ਗਏ ਹਾਂ ਪਰ ਚਿੱਤ ਜੋ ਦੁਕਾਨਦਾਰੀ ਤੇ ਛੱਡ ਕੇ ਆ ਗਏ, ਚਿੱਤ ਜੋੜਿਆਂ ਛੱਡ ਕੇ ਆ ਗਏ, ਚਿੱਤ ਕਿਤੇ ਹੋਰ ਪਾਸੇ ਲੱਗਿਆ ਹੋਇਆ ਆਪਣੀ ਵਡਿਆਈਆਂ ਵਿੱਚ, ਹੋਰ ਕੰਮਾਂ ਦੇ ਵਿੱਚ। ਨਹੀਂ, ਗੁਰਦੁਆਰੇ ਬੈਠੇ ਹੋ ਉਹਨਾਂ ਚਿਰ ਗੁਰਦੁਆਰੇ ਬੈਠੋ। ਕਬੀਰ ਏਕ ਘੜੀ ਆਦਿ ਕਰੀ, ਆਦਿ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਇੱਥੇ ਗੋਸ਼ਟੀ ਕਰੋ ਆ ਕੇ ਗੁਰੂ ਚਰਨਾਂ 'ਚ, ਕਿਉਂਕਿ ਮਹਾਰਾਜ ਨੇ ਸਾਨੂੰ ਹੁਕਮ ਕੀਤਾ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ। ਸਾਵਧਾਨ ਹੋ ਕੇ ਉਸਤਤ ਕਰਨੀ ਹੈ ਸਿੱਖੋ, ਵੀ ਕਿਤੇ ਐਸਾ ਨਾ ਹੋਵੇ ਮਨ ਕਿਸੇ ਹੋਰ ਪਾਸੇ ਦੌੜ ਰਿਹਾ। ਯਤਨ ਕਰੋ ਕਿ ਮਨ ਨੂੰ ਇੱਥੇ ਟਿਕਾਓ, ਇਹ ਭੱਜੇਗਾ ਫਿਰ ਟਿਕਾਓ। ਸ਼ਬਦ ਨਾਲ ਜੋੜੋ, ਗੁਰੂ ਕੀ ਸਿੱਖਿਆ ਵੱਲ ਧਿਆਨ ਦਿਓ, ਗੁਰੂ ਕੇ ਬਚਨਾਂ ਨੂੰ ਧਿਆਨ ਨਾਲ ਸੁਣੋ, ਭਾਵੇਂ ਕਥਾ ਕੀਰਤਨ ਸਤਸੰਗ ਪਾਠ ਜੋ ਵੀ ਕੁਛ ਹੋ ਰਿਹਾ ਹੈ ਉਸ ਵੱਲ ਥੋੜਾ ਧਿਆਨ ਜੋੜੋ। ਇਹ ਮਨ ਟਿਕ ਜਾਏਗਾ। ਫਿਰ ਕੀ ਹੋਏਗਾ? ਫਿਰ ਸਾਡਾ ਜੀਵਨ ਸਫਲ ਹੈ। ਜਿਹੜੇ ਬਚਨ ਸਤਿਗੁਰ ਇੱਥੇ ਕਰ ਰਹੇ ਨੇ, ਜਿਨ੍ਹਾਂ ਮਿਲਿਆ ਪ੍ਰਭ ਆਪ ਨਾਲ, ਜਿਨ੍ਹਾਂ ਦਾ ਮਨ ਜੁੜ ਗਿਆ, ਮੈਂ ਸਮਝਦਾ ਕਿ ਉਹ ਰੱਬ ਦਾ ਹੀ ਰੂਪ ਹੋ ਗਏ। ਜਿਹਦਾ ਮਨ ਪਰਮਾਤਮਾ ਦੇ ਚਰਨਾਂ ਨਾਲ ਜੁੜ ਗਿਆ ਨਾ, ਉਹ ਸਮਝ ਲਓ ਰੱਬ ਦੇ ਰੂਪ ਨੇ। ਤੇ ਜਿਨ੍ਹਾਂ ਨੂੰ ਰੱਬ ਜੀ ਮਿਲ ਗਏ ਨਾ, ਤੇ ਮਾਲਕ ਕਹਿੰਦੇ ਨਾਨਕ ਤਿੰਨ ਕੁਰਬਾਨ ਸਦ, ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ। ਤੇ ਮਾਘ ਸੁੱਚੇ ਸੇ ਕਾਂਡੀਏ, ਮਾਘ ਦੇ ਮਹੀਨੇ ਵਿੱਚ ਉਹ ਸੁੱਚੇ ਵਾਲੇ ਪਵਿੱਤਰ ਜੀਵਨ ਵਾਲੇ ਆਖੇ ਜਾਂਦੇ ਹਨ, ਜਿਨ ਪੂਰਾ ਗੁਰੂ ਮਿਹਰਬਾਨ, ਜਿਨ੍ਹਾਂ ਦੇ ਉੱਤੇ ਪੂਰਾ ਗੁਰੂ ਮਿਹਰਬਾਨ ਹੋ ਗਿਆ। ਗੁਰੂ ਸਾਹਿਬ ਕਿਰਪਾ ਕਰਨ, ਤਰਸ ਕਰਨ ਕਿ ਅਸੀਂ ਸਤਿਗੁਰੂ ਦੀ ਮਿਹਰ ਦੇ ਪਾਤਰ ਬਣ ਸਕੀਏ। ਸਤਿਗੁਰੂ ਦੀ ਭਾਵ ਭਾਵਨੀ ਵਿੱਚ ਰਹਿ ਕੇ ਆਪਣੇ ਗੁਰੂ ਨੂੰ ਮਨਾਈਏ। ਗੁਰੂ ਸਾਡੇ ਉੱਤੇ ਆਪ ਕਿਰਪਾ ਕਰੇ। ਗੁਰੂ ਆਪ ਪੁੱਛੇ 10 ਸਿੱਖਾਂ ਤੈਨੂੰ ਚਾਹੀਦਾ ਕੀ ਹੈ। ਇਹ ਤਾਂ ਹੀ ਹੋ ਸਕਦਾ ਹੈ ਜੇ ਕਰਮ ਕਰਾਂਗੇ ਗੁਰੂ ਕੇ ਮੁਤਾਬਿਕ। ਫਿਰ ਗੁਰੂ ਇੱਕ ਦਿਨ ਜ਼ਰੂਰ ਪੁੱਛੇਗਾ 10 ਸਿੱਖਾਂ ਤੈਨੂੰ ਕੀ ਚਾਹੀਦਾ। ਇੱਕ ਵਿਦਵਾਨ ਨੇ ਲਿਖਿਆ ਕਿ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ खुदा बंदे को पूछे पता बंदे तेरी रजा क्या है। भी तेरी तकदीर लिखण तो पहला रब तैनू पूछे चाहता की है, तू की रजा तेरी, की मंग है तेरी। अपने आप नू एडा उच्चा कर लईए, क्योंकि एक दाना ना मिट्टी दे विच मिल के ही गुले गुलजार हुंदा है। मिटा दे अपनी हस्ती अगर किस मर्तबा चाहता है। एक विद्वान कहता कि अपनी हस्ती नू अपने हंकार नू मिटा लै जे कुछ मर्तबा चाहना है, क्योंकि दाना खाक में रल के ही गुले गुलजार होता है। दाना जब तक मिट्टी विच नहीं मिलन वास्ते तैयार ना, वो गुले गुलजार नहीं हो सकता। एक दाने विचों अनंत दाने पैदा नहीं हो सकते। एक दाने नू मिट्टी विच मिटना पैंदा है तां उहदे विचों अनंत दाने पैदा हुंदे ने। जदों अपना हंकार असीं मिटा दांगे फिर साडे जीवन विचों अनंत गुण परमात्मा दे पैदा हो जाणगे। फिर साडे हो जाणगे ये लोक सुखीए पर लोक सवेले नानक हर को आपे मिले। इतने वचन प्रवान। सारिਆਂ ਦਾ ਧੰਨਵਾਦ जी। आयां नूं फतेह दी सांझ करो। आखो जी वाहिगुरू जी का खालसा वाहिगुरू जी की फतेह। राम कली महला तीजा नंदिक ओंकार। सतगुर प्रसाद अनपया मेरी माए सतगुरु मैं पाया। राग रतन परवार परियां शब्द गावने आईयां। कह नानक आनंद होवा सतगुरु मैं पाया। हर नाल रहो तू मन मेरे दुख सब विसारना। सबना गल्लां समरथ स्वामी सो क्यों मनो विसारे। साचे साहिबा का नहीं करते रह। बंद कर दे, बंद कर दे। सदा शिव सलाह तेरी नाम मन